ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਗੁਰੂ ਗਰੀਬ ਨਿਵਾਜ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਮਾਨਸ ਕੀ ਗਤ ਇਹੀ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜਿਹੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਪੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਮ ਭਰਪੂਰ, ਸਰਬ ਕਲਾ ਸਮਰੱਥ, ਸਰਬ ਸੁੱਖਾਂ ਕੇ ਦਾਤੇ, ਸਰਬ ਦੁੱਖ ਹਰਤਾ, ਸਰਬ ਸ਼ਕਤੀਮਾਨ, ਬੇਅੰਤ ਬਖਸ਼ਿਸ਼ਾਂ ਦੇ ਭੰਡਾਰ, ਗਿਆਨ ਦੇ ਅਗੰਮੀ ਸਾਗਰ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਰਾਜਨ ਰਾਜ ਭਾਨਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸੁਮੇ, ਜਾਗਤ ਜੋਤ ਸਮਰੱਥ ਗੁਰਦੇਵ ਸ਼ਬਦ ਗੁਰੂ, ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਾਕ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ
ਰਾਤਰੀ ਦੇ ਸਜੇ ਹੋਏ ਵਿਸ਼ੇਸ਼ ਹਵਤਾਵਰੀ ਗੁਰਮਤਿ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਚਰਨ ਧੂੜ ਪ੍ਰਾਪਤ ਕਰਨ ਦੀ ਭਾਵਨਾ ਲੈ ਕੇ ਗੁਰੂ ਚਰਨਾਂ ਅੰਦਰ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਜੀ ਨੇ ਅਪਾਰ ਕਿਰਪਾ ਕਰ ਇਸ ਭਾਗਾ ਸਮਾਂ ਸਾਨੂੰ ਬਖਸ਼ਿਆ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਚਰਨ ਛੋਹ ਪ੍ਰਾਪਤ ਇਹ ਅਸਥਾਨ ਜੋ ਪੂਰੇ ਸਿੱਖ ਜਗਤ ਅੰਦਰ ਇੱਕ ਵਿਸ਼ੇਸ਼ ਅਸਥਾਨ ਤੇ ਮਾਣ ਰੱਖਦਾ ਹੈ। ਇਲਾਕੇ ਦੀਆਂ ਸੰਗਤਾਂ ਵਡਭਾਗੀਆਂ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਇੱਥੋਂ ਦੇ ਦਰਸ਼ਨ ਕਰਨ ਦੇ, ਚਰਨ ਧੂੜੀ ਨੂੰ ਮਸਤਕ ਲਾਉਣ ਦਾ ਸੁਭਾਗ ਮਿਲਦਾ ਰਹਿੰਦਾ ਹੈ। ਆਓ, ਜਿਵੇਂ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪ ਸੰਗਤ ਨੇ ਸਹਿਯੋਗ ਕੀਤਾ ਤੇ ਇੱਥੋਂ ਦੀ ਸਮੁੱਚੇ ਪ੍ਰਬੰਧਕ ਸੱਜਣਾ ਨੇ, ਸਾਰੇ ਹੀ ਗੁਰੂ ਘਰ ਦੇ ਸਮੂਹ ਸੇਵਕਾਂ ਨੇ ਰਲ ਮਿਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰ ਅੱਜ ਰਾਤਰੀ ਦੇ ਇਹ ਵਿਸ਼ੇਸ਼ ਦੀਵਾਨ ਸਜਾਏ ਨੇ, ਜਿਸ ਵਿੱਚ ਆਪ ਜੀ ਨੇ ਪਾਵਨ ਬਾਣੀਆਂ ਦੇ ਜਾਪ ਤੋਂ ਉਪਰੰਤ ਗੁਰੂ ਕੇ ਕੀਰਤਨੀ ਜਥੇ ਪਾਸੋਂ ਬੜੇ ਪਿਆਰ ਨਾਲ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕੀਤਾ। ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਸੰਗਤਾਂ ਨਾਲ ਸਤਿਗੁਰਾਂ ਦੇ ਮਹਾਨ ਜੀਵਨ ਦੀਆਂ ਅਗਾਧ ਬੋਧ ਗਾਥਾਵਾਂ ਤੇ ਕਥਾ ਕਹਾਣੀਆਂ ਦੀ ਸਾਂਝ ਪਾਉਣ ਦਾ। ਆਓ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਨੀ ਹੈ ਗਰੀਬ ਨਿਵਾਜ ਕਿ ਆਪ ਜੀ ਦੀ ਉਪਮਾ ਅਗਾਧ ਬੋਧ ਹੈ। ਆਪਾਂ ਸੰਸਾਰੀ ਜੀਵ, ਅਲਪ ਬੁੱਧੀ, ਤੁੱਛ ਮਤ ਵਾਲੇ, ਅਸਲ ਵਿੱਚ ਬੰਦੇ ਦੇ ਵੱਸ ਦੇ ਵਿੱਚ ਨਹੀਂ ਕਿ ਉਹ ਗੁਰੂ ਦੀ ਉਪਮਾ ਨੂੰ ਵਰਣਨ ਕਰ ਸਕੇ, ਤੇ ਨਾ ਇਹ ਕਦੀ ਪੂਰਨ ਰੂਪ 'ਚ ਵਰਣਨ ਹੋ ਸਕਦੀ ਹੈ। ਇਸ ਲਈ ਬੇਨਤੀ ਇਹੀ ਕਰਨੀ ਹੈ ਕਿ ਸਤਿਗੁਰੂ ਜੀ ਤੁਸੀਂ ਆਪ ਵਿੱਚ ਵਰਤੋ, ਕਲਾ ਵਰਤਾਓ, ਸਾਡੇ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਅੰਦਰ ਦਾ ਟਿਕਾ ਬਖਸ਼ੋ, ਸੁਰਤ ਸ਼ਬਦ ਦਾ ਸੁਮੇਲ ਬਖਸ਼ੋ ਤੇ ਆਪਣੇ ਮਹਾਨ ਅਗੰਮੀ ਅਗਾਧ ਬੋਧ ਗਹਿਰ ਗੰਭੀਰ ਬਚਨਾਂ ਅਤੇ ਜੀਵਨ ਦੀ ਵਿਚਾਰ ਆਪ ਹੀ ਕਰਵਾ ਲਓ। ਪੜ੍ਹਿਆ ਸੁਣਿਆ ਤੇ ਵਿਚਾਰਿਆ ਕੋਈ ਬਚਨ ਸਾਡੇ ਹਿਰਦਿਆਂ ਅੰਦਰ ਵਸ ਜਾਏ, ਸਾਡਾ ਸੁਣਨਾ ਸੁਣਾਉਣਾ ਗੁਰੂ ਚਰਨਾਂ ਵਿੱਚ ਆਉਣਾ ਸਫਲ ਹੋ ਜਾਏ। ਸਭ ਤੋਂ ਪਹਿਲਾਂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਭਾਈ ਸਾਹਿਬ ਜੀ ਨੇ ਬੜੇ ਪਿਆਰ ਨਾਲ ਆਪ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੀ ਇਕਾਗਰਤਾ ਜ਼ਰੂਰ ਬਣਾ ਕੇ ਰੱਖਿਓ, ਕਿਉਂਕਿ ਜਦੋਂ ਵੀ ਕੋਈ ਗੱਲ ਕਹਿਣੀ ਹੋਵੇ, ਸੁਣਨੀ ਹੋਵੇ ਸਾਧ ਸੰਗਤ, ਉਦੋਂ ਇਕਾਗਰਤਾ ਦੀ ਲੋੜ ਪੈਂਦੀ ਹੈ ਤਾਂ ਕਿ ਕਿਹਾ ਤੇ ਸੁਣਿਆ ਕੁਝ ਸਮਝ ਆ ਸਕੇ। ਸੋ ਆਓ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਅੰਦਰ ਦੋਏ ਕਰ ਜੋਰ ਸਮੂਹ ਮਾਈ ਭਾਈ ਜਿੰਨੇ ਵੀ ਭਾਵਨਾ ਵਿੱਚ ਜੁੜ ਮਿਲ ਬੈਠੇ ਹੋ, ਅਦਬ ਪਿਆਰ ਸਤਿਕਾਰ ਸਹਿਤ ਝੁਕਾਓ ਸੀਸ, ਦਾਸ ਨੂੰ ਬਖਸ਼ੋ ਅਸੀਸ। ਬੁਲੰਦ ਆਵਾਜ਼ ਵਿੱਚ ਇੱਕੋ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਆਰੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ ਹੋਣ। ਸਤਿਗੁਰੂ ਦਾ ਹੀ ਬਚਨ ਹੈ, ਆਸਾ ਕੀ ਵਾਰ 'ਚ ਪੜ੍ਹਦੇ ਹੋ, ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਮਹਾਰਾਜ ਕਹਿੰਦੇ ਨੇ ਹਰ ਉਹ ਗੁਰਸਿੱਖ ਵਧਾਈ ਦਾ ਪਾਤਰ ਹੈ ਜੋ ਸਤਿਗੁਰੂ ਦੇ ਕੋਲ ਸਤਿਗੁਰੂ ਦੇ ਦੀਦਾਰ ਕਰਨ, ਗੁਰੂ ਨੂੰ ਸੁਣਨ ਤੇ ਗੁਰੂ ਨੂੰ ਵੇਖਣ ਆਉਂਦਾ ਹੈ। ਹਰ ਉਹ ਗੁਰੂ ਕਾ ਸਿੱਖ ਵਧਾਈ ਦਾ ਪਾਤਰ ਹੈ। ਤੇ ਸਾਧ ਸੰਗਤ ਬੇਨਤੀ ਕਰਾਂ, ਸਿੱਖ ਜਗਤ ਅੰਦਰ ਸਿੱਖੀ ਦੇ ਦੋ ਮੁੱਢਲੇ ਥੰਮ ਕੀਰਤਨ ਅਤੇ ਕਥਾ, ਜਿਨ੍ਹਾਂ ਦੇ ਸਹਾਰੇ ਸਿੱਖੀ ਟਿਕਦੀ ਹੈ, ਸਿੱਖੀ ਵੱਧਦੀ ਹੈ, ਫੁੱਲਦੀ ਹੈ। ਇਹ ਆਰੰਭ ਤੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਹ ਰਵਾਇਤ ਸ਼ੁਰੂ ਹੋ ਚੁੱਕੀ ਹੈ। ਸਤਿਗੁਰ ਨਾਨਕ ਦੇਵ ਮਹਾਰਾਜ ਜਿੱਥੇ ਵੀ ਗਏ ਉਹਨਾਂ ਨੇ ਸੰਗਤ ਕਾਇਮ ਕੀਤੀ ਹੈ, ਤੇ ਸੰਗਤ ਦੇ ਵਿੱਚ ਸਭ ਤੋਂ ਪਹਿਲਾਂ ਮਹਾਰਾਜ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਾਂਦੇ ਨੇ। ਰਬਾਬ ਦੀ ਤਾਰਾਂ ਤੇ ਮਰਦਾਨਾ ਜੀ ਦੀਆਂ ਉਂਗਲਾਂ ਦੇ ਨਾਲ
ਬੜੀਆਂ ਸੋਹਣੀਆਂ ਸੁਰਾਂ ਤੇ ਰਾਗ ਨਿਕਲਦਾ ਹੈ। ਉਹ ਸੁਰਾਂ, ਉਹ ਰਾਗ, ਉਹ ਸਾਡੇ ਦੌੜਦੇ ਭੱਜਦੇ ਭਟਕਦੇ ਮਨ ਨੂੰ ਟਿਕਾਉਂਦਾ ਹੈ ਤੇ ਟਿਕੇ ਹੋਏ ਮਨ ਨੂੰ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਆਪਣੇ ਅਰਸ਼ੀ ਨੂਰ ਭਾਵ ਉਸ ਗਿਆਨ ਦੀ ਹਨੇਰੀ ਨਾਲ, ਉਸ ਗਿਆਨ ਦੇ ਮਹਾਨ ਪ੍ਰਕਾਸ਼ ਨਾਲ ਸਾਨੂੰ ਇੰਨਾ ਕੁ ਚਾਨਣ, ਇੰਨੀ ਕੁ ਸਮਝ ਦੇ ਦਿੰਦੇ ਨੇ ਕਿ ਬੰਦੇ ਦੇ ਅੰਦਰ ਨੂੰ ਮਹਾਰਾਜ ਧੋ ਕੇ ਰੱਖ ਦਿੰਦੇ ਨੇ। ਇਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਵਰਤਾਰੇ ਲਈ ਇੱਕ ਸ਼ਬਦ ਵਰਤਦੇ ਨੇ ਕਿ ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ। ਬੰਦਿਆ, ਜੇ ਤੂੰ ਰੱਬ ਦੇ ਗੁਣ ਗਾਏਗਾ ਨਾ, ਕਹਿੰਦੇ ਸੱਚ ਜਾਣੀ ਤੇਰਾ ਮਨ ਹਰਿਆ ਭਰਿਆ ਹੋ ਜਾਏਗਾ। ਹੁਣ ਗਾਇਨ ਕੀਤਾ ਜਾਂਦਾ ਸ਼ਬਦ ਜਿਹਨੂੰ ਅਸੀਂ ਕੀਰਤਨ ਕਹਿੰਦੇ ਆ। ਕਹਿੰਦੇ ਗੁਣ ਗਾਏਗਾ, ਕੀਰਤੀ ਕਰੇਗਾ, ਕੀਰਤਨ ਕਰੇਗਾ, ਸਿਫਤ ਸਲਾਹ ਕਰੇਗਾ, ਸ਼ਬਦ ਦਾ ਗਾਇਨ ਕਰੇਗਾ, ਮਨ ਹਰਿਆ ਹੋਵੇ। ਸੁੱਕਿਆ ਹੋਇਆ ਮਨ, ਤ੍ਰਿਸ਼ਨਾ ਦੇ ਵਿੱਚ ਸੜਿਆ ਹੋਇਆ ਮਨ, ਵਿਕਾਰਾਂ ਦੀ, ਵਾਸ਼ਨਾ ਦੀ ਅੱਗ ਦੇ ਵਿੱਚ ਭਟਕਦਾ ਹੋਇਆ ਮਨ ਜਦੋਂ ਮਾਲਿਕ ਦੀ ਸਿਫਤੋ ਸਲਾਹ ਵਿੱਚ ਜੁੜਦਾ ਹੈ, ਮਹਾਰਾਜ ਕਹਿੰਦੇ ਹਰਿਆ ਭਰਿਆ, ਭਾਵ ਸਤਿਗੁਰੂ ਦੇ ਸ਼ਬਦ ਵਿੱਚ ਭਿੱਜ ਕੇ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦਾ ਹੈ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਹੁਣ ਇਹਦੇ ਤੇ ਚੋਟ ਕਰੋ, ਇਹਨੂੰ ਕਥਾ ਸੁਣਾਓ ਤਾਂ ਕਿ ਕਥਾ ਸੁਣਤ ਮਲ ਸਗਲੀ ਖੋਵੇ। ਹੁਣ ਕੱਲਾ ਕੀਰਤਨ ਸੁਣ ਕੇ ਨਾ ਚਲਿਆ ਜਾਈ। ਮਹਾਰਾਜ ਕਹਿੰਦੇ ਹੁਣ ਜੇ ਮਨ ਟਿਕ ਗਿਆ, ਹੁਣ ਤੇ ਇੰਜ ਹੈ ਜਿਵੇਂ ਅਸੀਂ ਇੱਕ ਖੇਤ ਤਿਆਰ ਕਰ ਲਿਆ। ਆ ਤੁਸੀਂ ਮੈਨੂੰ ਲੱਗਦਾ ਬਹੁਤੇ ਜ਼ਿਮੀਂਦਾਰ ਭਰਾ ਬੈਠੇ ਹੋ। ਵੀਰ ਜੀ ਹੋਰੀ ਆਏ ਨੇ, ਮੈਨੂੰ ਦੱਸ ਰਹੇ ਸਨ, ਕੁਦਰਤੀ ਸੁਭਾਵਿਕ ਗੱਲ ਚੱਲੀ ਕਿ ਗੁਰੂ ਘਰ ਦੇ ਨਾਮ ਤੇ ਤਕਰੀਬਨ 40 ਕੁ ਕਿੱਲੇ ਜ਼ਮੀਨ ਹੈ ਤੇ ਵੀਰ ਜੀ ਨੇ ਦੱਸਿਆ ਵੀ ਬਹੁਤੀ ਜ਼ਮੀਨ 'ਚ ਹਲੇ ਵੀ ਖੇਤੀ ਹੁੰਦੀ ਹੈ ਤੇ ਖੇਤੀ ਕਰਨ ਦਾ ਇੱਕ ਨਿਯਮ ਹੈ ਸਾਧ ਸੰਗਤ, ਪਹਿਲਾਂ ਖੇਤ ਤਿਆਰ ਕਰਨਾ ਪਏਗਾ। ਜਦੋਂ ਖੇਤ ਤਿਆਰ ਹੋ ਜਾਏ ਫਿਰ ਬੀਜ ਬੀਜਿਆ ਜਾਏਗਾ, ਫਿਰ ਪਾਣੀ ਪਾਵਾਂਗੇ ਤੇ ਉਹ ਬੀਜ ਫਸਲ ਦਾ ਰੂਪ ਧਾਰਨ ਕਰ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜ਼ਿਮੀਂਦਾਰ ਭਰਾ ਸੰਸਾਰ ਵਿੱਚ ਅੱਜ ਤੱਕ ਐਸਾ ਹੋਇਆ ਹੋਵੇ ਵੀ ਖੇਤ ਤਿਆਰ ਕਰ ਜਾਏ, ਜ਼ਮੀਨ ਨੂੰ ਵਾਹ ਜਾਏ, ਸਭ ਕੁਝ ਸਹੀ ਹੋਵੇ, ਬੀਜ ਲਿਆ ਕੇ ਰੱਖ ਦੇ ਪਰ ਬੀਜੇ ਹੀ ਨਾ ਤੇ 6 ਮਹੀਨੇ ਬਾਅਦ ਆ ਕੇ ਕਹੇ ਜੀ ਫਸਲ ਨਹੀਂ ਹੋਈ। ਫਿਰ ਸਾਨੂੰ ਸਵਾਲ ਕਰਨਾ ਪਏਗਾ, ਭਾਈ ਸਾਹਿਬ ਤੁਸੀਂ ਖੇਤ ਤਿਆਰ ਕਰ ਲਿਆ, ਬੀਜ ਲਿਆ ਕੇ ਰੱਖ ਲਿਆ, ਬੀਜਿਆ ਵੀ ਸੀ ਕਿ ਨਹੀਂ? ਉਹ ਕਹੇਗਾ ਉਦੋਂ ਤੇ ਮੈਂ ਫਸਲ ਰੱਖ ਕੇ ਘਰ ਆ ਗਿਆ। ਹੁਣ ਬੇਨਤੀ ਨੂੰ ਸਮਝੇ, ਇਹਨੂੰ ਅੰਦਰ ਆਪਾਂ ਸਮਝੀਏ। ਜਦੋਂ ਗੁਰੂ ਜੀ ਦੇ ਨਾਮ ਦਾ, ਸਿੱਖਿਆ ਦਾ ਬੀਜ ਆਪਾਂ ਬੀਜਣਾ ਹੁੰਦਾ, ਜਦੋਂ ਮਨ ਸਾਡਾ ਤਿਆਰ ਹੁੰਦਾ, ਅਸੀਂ ਖੇਤੀ ਨੂੰ ਤਿਆਰ ਕਰਨ ਵਾਂਗ ਆਪਣੇ ਮਨ ਨੂੰ ਤਿਆਰ ਕਰਕੇ ਜਦੋਂ ਅਸੀਂ ਗੁਰੂ ਜੀ ਦੀ ਕੋਈ ਗੱਲ ਸੁਣਨੀ ਹੈ, ਸਮਝਣੀ ਹੈ, ਉਦੋਂ ਅਸੀਂ ਘਰ ਚਲ ਜੰਨੇ। ਆਖੋ ਸਤਨਾਮ ਸ਼੍ਰੀ। ਤੇ ਫਿਰ ਅਸੀਂ ਕਹਿੰਦੇ ਹਾਂ ਜੀ ਬੜੇ ਔਖੇ ਹਾਂ ਜੀ, ਬੜੇ ਦੁਖੀ ਹਾਂ ਜੀ, ਗੱਲ ਬਣਦੀ ਨਹੀਂ ਜੀ। ਕਾਰਨ ਅਸੀਂ ਬੀਜ ਨਹੀਂ ਬੀਜਿਆ। ਕਥਾ ਬੀਜ ਹੈ। ਮਹਾਰਾਜ ਨੇ ਇਹ ਵੀ ਕਿਹਾ, ਕਹਿੰਦੇ ਧਿਆਨ ਵਿੱਚ ਰੱਖਿਓ, ਸਭ ਤੇ ਉਤਮ ਹਰ ਕੀ ਕਥਾ। ਕਥਾਵਾਂ ਹੋਰ ਵੀ ਬਹੁਤ ਨੇ ਦੁਨੀਆ 'ਚ, ਪਰ ਕਹਿੰਦੇ ਜਿਹੜੇ ਹਰੀ ਦੀ ਕਥਾ ਹੈ ਸਭ ਤੋਂ ਉੱਤਮ ਹੈ ਤੇ ਜਿਹੜਾ ਇਹਨੂੰ ਸੁਣ ਲੈ ਨਾਮ ਸੁਣਤ ਦਰਦ ਦੁੱਖ ਲੱਥਾ। ਜੇ ਅਸੀਂ ਆਪਣੇ ਦੁੱਖ ਦਰਦ ਰੋਗ ਮਿਟਾਉਣੇ ਨੇ, ਮਹਾਰਾਜ ਕਹਿੰਦੇ ਫਿਰ ਤੈਨੂੰ ਹਰ ਦੀ ਕਥਾ ਸੁਣਨੀ ਪਏਗੀ, ਤੈਨੂੰ ਸਮਝਣਾ ਪਏਗਾ ਵੀ ਸਤਿਗੁਰੂ ਸਾਨੂੰ ਇੰਨੀ ਚੰਗੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ 'ਚੋਂ ਤੇ ਆਪਣੇ ਸ਼ਬਦਾਂ ਵਿੱਚੋਂ ਦੇ ਕੇ ਗਏ। ਦੇਖੋ, ਜੇ ਗੱਲ ਸਾਧ ਸੰਗਤ ਕੇਵਲ ਨਿੱਜ ਦੀ ਹੁੰਦੀ, ਮਹਾਰਾਜ ਦੀ ਆਪਣੀ ਜ਼ਿੰਦਗੀ ਸਫਲ ਹੈ। ਗੁਰੂ ਨਾਨਕ ਸਾਹਿਬ ਰੱਬ ਨੂੰ ਪਾ ਕੇ ਬੈਠੇ ਨੇ, ਉਹ ਘਰ ਦੇ ਵਿੱਚ ਬਹਿ ਜਾਂਦੇ, ਮੈਨੂੰ ਰੱਬ ਮਿਲ ਗਿਆ, ਮੈਂ ਰੱਬ ਦੇ ਗੁਣ ਗਾ ਰਿਹਾ, ਮੇਰੀ ਜ਼ਿੰਦਗੀ ਵਧੀਆ ਚੱਲ ਰਹੀ ਹੈ। ਸਿੱਖੀ ਕੀ ਹੈ ਇੱਥੋਂ ਸਮਝਿਓ ਥੋੜ੍ਹਾ ਜਿਹਾ, ਕਿਉਂਕਿ ਜਦੋਂ ਚੌਥੇ ਪਾਤਸ਼ਾਹ ਦੀ ਗੱਲ ਕਰੋ ਜਾਂ ਅਸੀਂ ਕਿਸੇ ਵੀ ਗੁਰੂ ਸਾਹਿਬਾਨ ਦੀ ਗੱਲ ਕਰੀਏ, ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ ਤੇ ਸਰਬੱਤ ਦੇ ਭਲੇ ਵਾਸਤੇ ਤੁਹਾਨੂੰ ਆਪਣਾ ਘਰ, ਆਪਣਾ ਨਿੱਜ, ਆਪਣਾ ਪਰਿਵਾਰ, ਆਪਣੀ ਦੁਨੀਆ ਛੱਡ ਕੇ ਤੁਹਾਨੂੰ ਸਮੁੱਚੇ ਸੰਸਾਰ ਨੂੰ ਕਲਾਵੇ 'ਚ ਲੈਣਾ ਪਏਗਾ। ਜਿਵੇਂ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਰੀ ਦੁਨੀਆ ਦੇ ਵਿੱਚ ਵਿਚਰੇ, ਉਹਨਾਂ ਨੇ ਗਿਆਨ ਰੱਬੀ ਪ੍ਰਕਾਸ਼, ਰੱਬੀ ਰਿਸ਼ਮਾ ਸਾਨੂੰ ਬਖਸ਼ੀਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਹੀ ਇੱਕ ਸਭ ਤੋਂ ਸੁੰਦਰ ਤਰੀਕਾ ਤੇ ਜੁਗਤੀ ਸੀ ਜਿਸ ਸਦਕਾ ਸਿੱਖੀ ਦਾ ਪ੍ਰਚਾਰ ਹੋਇਆ, ਸਿੱਖੀ ਵਧੀ ਫੁੱਲੀ ਤੇ ਫੈਲੀ ਤੇ ਸਿੱਖੀ ਦੀ ਖੁਸ਼ਬੂ ਨੂੰ ਮਹਾਰਾਜ ਨੇ
ਗੁਰਬਾਣੀ ਦੇ ਸ਼ਬਦਾਂ ਦੇ ਕੀਰਤਨ ਅਤੇ ਕਥਾ ਰਾਹੀਂ ਸਮਸਤ ਸੰਸਾਰ ਦੇ ਵਿੱਚ ਫੈਲਾ ਦਿੱਤਾ। ਤੇ ਉਹ ਰਵਾਇਤ ਗੁਰੂ ਸਾਹਿਬ ਦੇ ਵੇਲੇ ਤੋਂ ਹੂ-ਬਹੂ ਚੱਲਦੀ ਅੱਜ ਸਾਡੇ ਤੱਕ ਪਹੁੰਚੀ ਹੈ। ਗੁਰਬਾਣੀ ਅੰਦਰ ਪਹਿਲੀ ਕਥਾ ਹੈ ਰੱਬ ਦੀ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ। ਦੂਜੀ ਕਥਾ ਹੈ ਸਾਧ ਸੰਗਤ ਰੱਬ ਨੂੰ ਮੰਨਣ ਵਾਲਿਆਂ ਦੀ, ਜਿਨ੍ਹਾਂ ਨੇ ਰੱਬ ਨੂੰ ਮੰਨਿਆ, ਰੱਬ ਨੂੰ ਪਾਲਿਆ, ਰੱਬ ਨੂੰ ਰਜਾ ਲਿਆ। ਤੀਜੀ ਕਥਾ ਹੈ ਰੱਬ ਨਾਲ ਜੋੜਨ ਵਾਲਿਆਂ ਦੀ। ਹੁਣ ਜੋੜਨ ਵਾਲਾ ਕੌਣ ਹੈ? ਜੋੜਨ ਵਾਲਾ ਸਤਿਗੁਰੂ ਹੈ। ਬਸ ਇੰਨੀ ਕੁ ਗੱਲ ਜੇ ਕਿਤੇ ਸਾਨੂੰ ਸਮਝ ਆ ਜਾਏ ਤੇ ਸਮਝੋ ਸਾਡੀ ਜ਼ਿੰਦਗੀ ਗੁਰੂ ਆਸ਼ੇ ਦੇ ਅਨੁਸਾਰ ਚੱਲਦਿਆਂ ਸਫਲ ਹੋ ਜਾਏ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਜੀ ਦਾ ਜਦੋਂ ਜੀਵਨ ਆਪਾਂ ਪੜ੍ਹਦੇ ਹਾਂ, ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਚੋਂ ਸਾਨੂੰ ਸਿੱਖਣ ਤੇ ਸਮਝਣ ਨੂੰ ਮਿਲਦਾ ਹੈ। ਤੇ ਦੋ ਗੱਲਾਂ ਹੁੰਦੀਆਂ ਨੇ, ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ। ਇੱਕ ਹੁੰਦਾ ਹੈ ਗੁਰੂ ਦਾ ਬਚਨ, ਗੁਰੂ ਜੀ ਦੀ ਸਿੱਖਿਆ, ਗੁਰੂ ਜੀ ਦਾ ਉਪਦੇਸ਼, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ। ਜੋ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਮੁਖ ਤੋਂ ਬੋਲ ਬੋਲੇ, ਜੋ ਰੱਬੀ ਸ਼ਬਦ ਉਚਾਰੇ, ਜੋ ਧੁਰ ਕੀ ਬਾਣੀ ਆਈ, ਇਹ ਉਪਦੇਸ਼ ਹੈ, ਸਿੱਖਿਆ ਹੈ, ਬਚਨ ਨੇ, ਪ੍ਰਵਚਨ ਨੇ। ਇਹ ਅਸੀਂ ਸੁਣਨੇ ਨੇ, ਸਮਝਣੇ ਨੇ, ਕਮਾਉਣੇ ਨੇ। ਇੱਕ ਹੁੰਦਾ ਹੈ ਗੁਰੂ ਕਾ ਜੀਵਨ, ਗੁਰੂ ਕੀ ਕਲਾ। ਇਹਨੂੰ ਇੰਜ ਕਹਿ ਸਕਦੇ ਹਾਂ, ਸਕੂਲਾਂ 'ਚ ਆਪਾਂ ਜਦੋਂ ਪੜ੍ਹਦੇ ਹਾਂ ਨਾ ਜੀ, ਦੋ ਤਰੀਕੇ ਦੀ ਪੜ੍ਹਾਈ ਹੁੰਦੀ ਹੈ। ਇੱਕ ਹੁੰਦੀ ਹੈ ਥਿਊਰੀ, ਦੂਸਰਾ ਹੁੰਦਾ ਪ੍ਰੈਕਟੀਕਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਥਿਊਰੀ ਹੈ, ਤੇ ਸਤਿਗੁਰੂ ਜੀ ਨੇ ਇਸ ਥਿਊਰੀ ਨੂੰ ਸਭ ਤੋਂ ਪਹਿਲਾਂ ਆਪਣੇ ਜੀਵਨ ਤੇ ਢਾਲ ਕੇ ਦਾ ਪ੍ਰੈਕਟੀਕਲ ਕਰਕੇ ਦਿਖਾਇਆ ਵੀ ਸਿੱਖਾ ਸਮਾਂ ਤੇਰੇ ਤੇ ਵੀ ਆਏਗਾ। ਅਗਰ ਕਿਤੇ ਮੁਸ਼ਕਲ ਬਣੇ, ਇਸ ਸਵਾਲ ਨੂੰ ਹੱਲ ਇਸ ਤਰੀਕੇ ਨਾਲ ਕਰ ਲਈ, ਪਹਿਲਾਂ ਮੈਂ ਕਰਕੇ ਵਿਖਾਉਣ ਲੱਗਿਆ। ਆਪਣਾ ਜੀਵਨ ਮਹਾਰਾਜ ਨੇ ਸਾਡੇ ਅੱਗੇ, ਸੰਸਾਰ ਅੱਗੇ ਰੱਖਿਆ। ਜ਼ਿੰਦਗੀ ਜੀਣ ਦਾ ਢੰਗ ਕੀ ਹੁੰਦਾ ਹੈ। ਚੌਥੇ ਪਾਤਸ਼ਾਹ ਦਾ ਜਦੋਂ ਜੀਵਨ ਤੁਸੀਂ ਪੜ੍ਹੋਗੇ, ਮਨੁੱਖ ਦੀ ਜ਼ਿੰਦਗੀ 'ਚ ਸਭ ਤੋਂ ਵੱਡੀ ਜਿਹੜੀ ਲੋੜ ਹੈ ਸਾਧ ਸੰਗਤ, ਜਨਮ ਦੇ ਸਮੇਂ ਤੋਂ ਉਹ ਹੁੰਦੀ ਹੈ ਸਹਾਰੇ ਦੀ। ਬੱਚੇ ਦਾ ਜਨਮ ਹੋਇਆ, ਬੱਚਾ ਸੰਸਾਰ 'ਚ ਆਇਆ, ਉਹਨੇ ਅੱਖ ਖੋਲ੍ਹੀ ਹੈ। ਔਰ ਕਮਾਲ ਦੀ ਗੱਲ ਇਹ ਹੈ ਵੀ ਉਹਨੂੰ ਜੰਮਦੇ ਨੂੰ ਸਹਾਰਾ ਚਾਹੀਦਾ, ਪਰ ਪਸ਼ੂਆਂ, ਪੰਛੀਆਂ, ਪਰਿੰਦਿਆਂ ਦੇ ਵੀ ਬੱਚੇ ਹੁੰਦੇ ਨੇ, ਉੱਥੇ ਕੌਣ ਸਹਾਰੇ ਦਿੰਦਾ ਹੈ? ਉਹਨਾਂ ਦੀ ਪਰਵਰਿਸ਼ ਕੌਣ ਕਰਦਾ ਹੈ? ਉਹਨਾਂ ਦੇ ਕਿਹੜੇ ਰਿਸ਼ਤੇਦਾਰ ਆਉਂਦੇ ਨੇ? ਕਿਹੜਾ ਉਹਨਾਂ ਨੂੰ ਗੋਦੀ ਚੁੱਕੀ ਫਿਰਦਾ ਹੈ? ਕਿਹੜਾ ਰਜਾਈਆਂ 'ਚ ਲਪੇਟ ਰੱਖਦਾ ਹੈ? ਸਮਝਣ ਵਾਲੀ ਗੱਲ ਹੈ ਨਾ। ਸਭ ਤੋਂ ਵੱਧ ਸਹਾਰੇ ਦੀ ਲੋੜ ਅਗਰ ਪਈ ਹੈ 84 ਦੇ ਵਿੱਚੋਂ ਇਸ ਮਨੁੱਖ ਨੂੰ ਪਈ ਹੈ। ਇਹਨੂੰ ਜੰਮਦੇ ਨੂੰ ਸਹਾਰਾ ਚਾਹੀਦਾ ਹੈ, ਫਿਰ ਤੁਰਨ ਲੱਗਿਆਂ ਵੀ ਇਹਨੂੰ ਕਿਸੇ ਦੀ ਉਂਗਲ ਦਾ ਸਹਾਰਾ ਚਾਹੀਦਾ ਹੈ, ਫਿਰ ਵੱਡਾ ਹੋ ਗਿਆ, ਫਿਰ ਇਹਨੂੰ ਜ਼ਿੰਦਗੀ ਦੇ ਨਿਰਵਾਹ ਵਾਸਤੇ ਸਹਾਰਾ ਚਾਹੀਦਾ ਹੈ, ਫਿਰ ਕਮਾਉਂਦਿਆਂ ਕਮਾਉਂਦਿਆਂ ਬਜ਼ੁਰਗ ਹੋ ਗਿਆ, ਹੁਣ ਵੀ ਕਿਸੇ ਬੱਚੇ ਦਾ ਤੇ ਬਚਪਨ ਦਾ ਸਹਾਰਾ ਚਾਹੀਦਾ ਹੈ। ਸਹਾਰਾ ਮਨੁੱਖ ਦੀ ਲੋੜ ਹੈ। ਕਮਾਲ ਦੀ ਗੱਲ ਹੈ, ਜਦੋਂ ਚੌਥੇ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ ਤੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ। ਜਦੋਂ ਅਸੀਂ ਕਿਸੇ ਤੋਂ ਸਹਾਰਾ ਮੰਗਣ ਤੁਰਦੇ ਹਾਂ, ਬੰਦਾ ਇਹ ਸੋਚਦਾ ਵੀ ਇਹ ਕਿੱਥੋਂ ਆ ਗਿਆ, ਮੇਰੇ ਤੇ ਬੋਝ ਬਣ ਗਿਆ, ਕਿੱਥੋਂ ਮੈਨੂੰ ਪਾਲਾਂਗਾ, ਸੰਭਾਲਾਂਗਾ, ਇਹਦੀ ਦੇਖ ਰੇਖ ਕਰਨੀ ਹੈ, ਕੌਣ ਇਹਦੀ ਕੇਅਰ ਕਰੇ, ਕੌਣ ਇਹਦੀ ਪਰਵਰਿਸ਼ ਕਰੇ ਜੀ। ਬੰਦਾ ਸਹਾਰੇ ਨੂੰ ਬੋਝ ਮੰਨ ਲੈਂਦਾ ਹੈ। ਚੌਥੇ ਪਾਤਸ਼ਾਹ ਦਾ ਜੀਵਨ ਕਮਾਲ ਹੈ, ਉਹ ਕਿਸੇ ਦੇ ਉੱਪਰ ਬੋਝ ਨਹੀਂ ਬਣੇ। ਔਰ ਕਮਾਲ ਦੀ ਗੱਲ, ਜਿਹੜੀ ਸਾਰੀ ਦੁਨੀਆ ਆਪਣਾ ਬੋਝ ਲੈ ਕੇ ਗੁਰੂ ਦੇ ਦਰ ਤੇ ਆਉਂਦੀ ਹੈ, ਮਹਾਰਾਜ ਸਾਰਿਆਂ ਦਾ ਹੀ ਬੋਝ ਚੁੱਕ ਲੈਂਦੇ ਨੇ। ਅੱਜ ਦੇਖੋ, ਇੱਕ ਸਮਾਂ ਉਹ ਹੈ ਜਦੋਂ ਨਿੱਕੀ ਉਮਰ ਦੇ ਵਿੱਚ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠਦਾ ਹੈ, ਪਰ ਇੱਕ ਸਮਾਂ ਇਹ ਅੱਜ ਲੱਖਾਂ ਲੋਕ ਰੋਜ਼ਾਨਾ ਜਾ ਕੇ ਕਹਿ ਰਹੇ ਨੇ, ਗੁਰੂ ਰਾਮਦਾਸ ਰੱਖੋ ਸ਼ਰਣਾਈ, ਮੈਨੂੰ ਆਪਣੀ ਸ਼ਰਨ ਦਾ, ਆਪਣੇ ਚਰਨਾਂ ਦਾ ਆਸਰਾ ਦੇ ਦਿਓ। ਗੁਰੂ ਦੀ ਬਖਸ਼ਿਸ਼ ਕੀ ਹੁੰਦੀ ਹੈ? ਸਤਿਗੁਰੂ ਦੀ ਮਿਹਰ ਦੀ ਨਜ਼ਰ ਜਿਸ ਤੇ ਪੈ ਜਾਏ, ਮਹਾਰਾਜ ਇੱਕ ਨਿੱਕੀ ਜਿਹੀ ਕਿਰਨ ਨੂੰ ਸੂਰਜ ਬਣਾ ਦਿੰਦੇ ਨੇ, ਇੱਕ ਬੂੰਦ ਨੂੰ ਸਾਗਰ ਬਣਾ ਦਿੰਦੇ ਨੇ, ਇੱਕ ਕਿਣਕੇ ਨੂੰ ਮਹਾਰਾਜ ਪਹਾੜ ਬਣਾ ਦਿੰਦੇ ਨੇ। ਤੇ ਸੱਚ ਜਾਣਨਾ, ਇੱਕ ਮਹਾ ਮੂਰਖ ਬੰਦੇ ਨੂੰ ਸਤਿਗੁਰੂ ਜੀ ਬਹੁਤ ਵੱਡਾ ਵਿਦਵਾਨ, ਗੁਰਸਿੱਖ, ਸੰਤ, ਬ੍ਰਹਮ ਗਿਆਨੀ ਵੀ ਬਣਾ ਦਿੰਦੇ ਨੇ। ਇਹ ਗੁਰੂ ਕੀ ਵਡਿਆਈ ਹੈ। ਅੱਜ ਜਦੋਂ ਆਪਾਂ ਸਤਿਗੁਰੂ ਜੀ ਦੇ ਦਰਬਾਰ 'ਚ ਆਪਾਂ ਐਂਟਰ ਹੁੰਦੇ ਹਾਂ, ਸਾਹਮਣੇ ਦੇਖੋ ਬਹੁਤ ਸੋਹਣੀ ਪੰਕਤੀ ਲਿਖੀ ਹੈ, ਕਿਉਂਕਿ ਇਹ ਬਾਲਾ ਪ੍ਰੀਤਮ ਜੀ ਦਾ ਮਹਾਨ ਸਥਾਨ ਹੈ। ਇੱਥੇ ਇਹ ਬਖਸ਼ਿਸ਼ ਵਰਤੀ ਕਿ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤ੍ਰਿਪਵਨ ਸੂਝਿਆ, ਗੁਰ ਭੇਟ ਪੁਨੀਤਾ,
ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਕਹਿੰਦੇ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਪਿੰਗੁਲ, ਹੁਣ ਪਿੰਗੁਲ ਦਾ ਅਰਥ ਹੁੰਦਾ ਪਿੰਗਲਾ, ਹੈਂਡੀਕੈਪ ਬੰਦਾ। ਪਰ ਇੱਥੇ ਸੱਚ ਜਾਣਨਾ, ਜੋ ਇੱਥੇ ਇਸ ਵਿਚਾਰਧਾਰਾ ਵਿੱਚ ਮਹਾਰਾਜ ਨੇ ਗੱਲ ਕੀਤੀ, ਉਹ ਸਰੀਰਕ ਤੌਰ ਤੇ ਅਪਾਹਜ ਦੀ ਹੋਵੇ ਭਾਵੇਂ ਨਾ, ਅਸਲ ਵਿੱਚ ਗੱਲ ਹੈ ਜਿਹਦਾ ਮਨ ਪਿੰਗਲਾ ਹੋ ਗਿਆ, ਜੋ ਤੁਰ ਹੀ ਨਹੀਂ ਸਕਦਾ, ਜੋ ਨਹੀਂ ਤੁਰ ਸਕਦਾ। ਕਿੱਧਰ ਨਹੀਂ ਤੁਰ ਸਕਦਾ? ਜੋ ਗੁਰੂ ਦੇ ਦੱਸੇ ਰਸਤੇ ਤੇ ਨਹੀਂ ਤੁਰਦਾ, ਜੋ ਸੱਚ ਦੇ ਦੱਸੇ ਰਸਤੇ ਤੇ ਨਹੀਂ ਤੁਰਦਾ, ਜੋ ਗੁਰੂ ਦੀ ਸਿੱਖਿਆ ਨੂੰ ਮੰਨਣ ਤੋਂ ਇਨਕਾਰੀ ਹੋ ਚੁੱਕਿਆ ਹੈ। ਮਹਾਰਾਜ ਮੈਂ ਇਸ ਰਸਤੇ ਤੇ ਨਹੀਂ ਚੱਲਦਾ, ਮੈਂ ਸਿੱਖੀ ਦੇ ਰਸਤੇ ਤੇ ਨਹੀਂ ਚੱਲ ਸਕਦਾ, ਮੈਂ ਅੰਮ੍ਰਿਤ ਦੇ ਖੰਡੇ ਬਾਟੇ ਦੀ ਪੌਲ ਨੂੰ ਨਹੀਂ ਅਪਣਾ ਸਕਦਾ, ਮੈਂ ਨਿਤਨੇਮ ਨਹੀਂ ਕਰ ਸਕਦਾ। ਇਹ ਪਿੰਗਲੇ ਦੀ ਨਿਸ਼ਾਨੀ। ਸੱਚ ਜਾਣਨਾ, ਜੇ ਇਸ ਨਜ਼ਰੀਏ ਤੋਂ ਵੇਖੋਗੇ ਤੁਹਾਨੂੰ ਅੱਧੀ ਤੋਂ ਵੱਧ ਦੁਨੀਆ ਪਿੰਗਲੀ ਨਜ਼ਰ ਆਏਗੀ। ਪਿੰਗਲਿਆਂ ਨਾਲ ਸੰਸਾਰ ਭਰਿਆ ਪਿਆ। ਇੱਕ ਸ਼ਬਦ ਕਬੀਰ ਜੀ ਨੇ ਬੜਾ ਸੋਹਣਾ ਵਰਤਿਆ। ਉਹ ਕਹਿੰਦੇ ਲੋਕ ਪਿੰਗਲੇ ਹੋ ਗਏ, ਭਾਵ ਉਹ ਤੁਰ ਨਹੀਂ ਰਹੇ, ਚੱਲ ਨਹੀਂ ਰਹੇ। ਕਿੱਧਰ? ਕਹਿੰਦੇ ਉਹ ਗੁਰੂ ਵਾਲੇ ਪਾਸੇ, ਸ਼ਬਦ ਵਾਲੇ ਪਾਸੇ, ਨਾਮ ਵਾਲੇ ਪਾਸੇ ਨਹੀਂ ਤੁਰਦੇ। ਕਾਸ਼ ਕਿਤੇ ਕਹਿੰਦੇ ਪਿੰਗਲੇ ਹੋ ਜਾਂਦੇ ਦੁਨੀਆ ਵਾਲੇ ਪੱਖ ਤੋਂ। ਉਹ ਪਿੰਗਲੇ ਹੋ ਜਾਂਦੇ ਸੰਸਾਰ ਦੀਆਂ ਵਾਸ਼ਨਾਵਾਂ ਤੋਂ, ਉਹ ਪਿੰਗਲੇ ਹੋ ਜਾਂਦੇ ਦੁਨਿਆਵੀ ਲੋਭ ਲਾਲਚਾਂ ਤੋਂ, ਹਿਰਸ਼ਾਂ ਤੋਂ, ਵੈਰ ਵਿਰੋਧ ਤੋਂ, ਈਰਖਾ ਤੋਂ, ਨਿੰਦਾ ਤੋਂ, ਝਗੜਿਆਂ ਤੋਂ ਕਿਤੇ ਪਿੰਗਲੇ ਹੋ ਜਾਂਦੇ। ਇਹ ਪਿੰਗਲਾਪਣ ਮੁਬਾਰਕ ਹੈ। ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ। ਕਹਿੰਦੇ ਮੈਂ ਵੀ ਪਿੰਗਲਾ ਹੋ ਗਿਆ ਤੇ ਮੈਨੂੰ ਆਪਣੇ ਪਿੰਗਲੇ ਹੋਣ ਤੇ ਮਾਣ ਹੈ। ਮੈਨੂੰ ਮਾਣ ਹੈ ਬੜਾ ਆਪਣੇ ਪਿੰਗਲੇ ਹੋਣ ਤੇ। ਪੁੱਛਿਆ ਵੀ ਕਬੀਰ ਜੀ ਐਸਾ ਕੀ ਹੋ ਗਿਆ? ਕਹਿੰਦੇ ਪਿੰਗਲਾ ਹੀ ਨਹੀਂ ਹੋਇਆ, ਮੈਂ ਗੂੰਗਾ ਵੀ ਹੋ ਗਿਆ ਤੇ ਮੈਂ ਬਾਵਰਾ ਵੀ ਹੋ ਗਿਆ। ਜਿਹੜੀ ਖੇਡ ਇਸ ਧਰਤੀ ਤੇ ਵਰਤੀ, ਮੈਂ ਪਿੰਗਲਾ ਵੀ ਹੋ ਗਿਆ, ਗੂੰਗਾ ਵੀ ਹੋ ਗਿਆ, ਬਾਵਰਾ ਵੀ ਹੋ ਗਿਆ। ਮੇਰੇ ਕੰਨ ਵੀ ਗਏ, ਮੇਰੀਆਂ ਅੱਖਾਂ ਵੀ ਗਈਆਂ, ਮੇਰਾ ਮੁਖ ਵੀ ਗਿਆ ਤੇ ਮੇਰੇ ਪੈਰ ਵੀ ਗਏ। ਕਬੀਰ ਜੀ ਐਸਾ ਕੀ ਹੋ ਗਿਆ? ਹੁਣ ਉਹਨਾਂ ਨੇ ਸ਼ਲੋਕ ਲਿਖਿਆ। ਕਹਿੰਦੇ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗੁਲ ਪਿਆ ਮਾਰਿਆ ਸਤਿਗੁਰਬਾਨ। ਗੂੰਗਾ ਹੁਆ ਬਾਵਰਾ, ਕਹਿੰਦੇ ਮੈਂ ਬੌਰਾ ਬੰਦਾ ਅੱਜ ਗੂੰਗਾ ਹੋ ਗਿਆ। ਕਿੱਥੋਂ ਗੂੰਗਾ ਹੋ ਗਿਆ? ਕਹਿੰਦੇ ਮੈਂ ਪਹਿਲਾਂ ਬਹੁਤ ਦੁਨੀਆ ਦੀਆਂ ਗੱਲਾਂ ਬੋਲਦਾ ਸੀ, ਕੂੜ ਵੀ ਬੋਲਦਾ ਸੀ, ਚੁਗਲੀ ਵੀ ਬੋਲਦਾ ਸੀ, ਨਿੰਦਾ ਵੀ ਬੋਲਦਾ ਸੀ, ਬੜਾ ਕੁਝ ਅਵਾ ਤਵਾ ਬੋਲਦਾ ਸੀ। ਪਰ ਗੁਰੂ ਨੇ ਮਿਹਰ ਕੀਤੀ, ਮੈਨੂੰ ਉਸ ਮਾਇਆ ਵਾਲੇ ਪੱਖ ਤੋਂ ਗੂੰਗਾ ਕਰ ਦਿੱਤਾ। ਹੁਣ ਜਦੋਂ ਕਬੀਰ ਬੋਲਦਾ ਉਹ ਰਾਮ ਰਾਮ ਦੀ ਧੁਨੀ ਬੋਲਦਾ ਹੈ। ਆਖੋ ਸਤਨਾਮ। ਕਹਿੰਦੇ ਹੁਣ ਮੈਂ ਇਸ ਪੱਖ ਤੋਂ ਗੂੰਗਾ ਹੋ ਗਿਆ। ਭਾਵ ਮੈਨੂੰ ਹੁਣ ਸੱਚ ਤੋਂ ਬਿਨਾਂ ਕੁਝ ਬੋਲਣਾ ਹੀ ਨਹੀਂ ਆਉਂਦਾ। ਅਦਾਲਤਾਂ ਦੇ ਵਿੱਚ ਆਪਾਂ ਜਦੋਂ ਦੇਖਦੇ ਆ ਨਾ, ਉਹ ਕਸਮ ਚੁਕਾਉਂਦੇ ਨੇ ਕਿ ਤੁਸੀਂ ਸੱਚ ਕਹੋਗੇ, ਸੱਚ ਤੋਂ ਬਿਨਾਂ ਕੁਝ ਵੀ ਨਹੀਂ ਕਹੋਗੇ। ਅਸਲ 'ਚ ਇਸ ਅਵਸਥਾ ਨੂੰ ਕੇਵਲ ਭਗਤਾਂ, ਬ੍ਰਹਮ ਗਿਆਨੀਆਂ, ਗੁਰੂਆਂ, ਪੀਰਾਂ, ਫਕੀਰਾਂ ਨੇ ਪਾਇਆ। ਬਾਕੀ ਦੁਨੀਆ ਝੂਠ ਦੀ ਕਚਹਿਰੀ ਦੇ ਵਿੱਚ ਤੁਰ ਗਈ ਹੈ। ਕੇਵਲ ਸੱਚ ਬੋਲਣਾ, ਮੌਤ ਦੇ ਦਰਵਾਜ਼ੇ ਦੇ ਵਿੱਚ ਬੈਠ ਕੇ ਸੱਚ ਬੋਲਣਾ, ਮੌਤ ਤੋਂ ਨਿਰਭੈ ਹੋ ਕੇ ਸੱਚ ਬੋਲਣਾ, ਇਹ ਗੁਰਸਿੱਖਾਂ ਦੇ ਹਿੱਸੇ ਆਇਆ। ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਕਹਿੰਦੇ ਮੈਂ ਕੰਨਾਂ ਤੋਂ ਬਹਿਰਾ ਹੋ ਗਿਆ, ਮੇਰੇ ਕੰਨ ਨਹੀਂ ਸੁਣਦੇ। ਪੁੱਛਿਆ ਕੀ ਨਹੀਂ ਸੁਣਦੇ? ਕਹਿੰਦੇ ਹੁਣ ਮੇਰੇ ਕੰਨ ਝੂਠ ਨਹੀਂ ਸੁਣਦੇ, ਨਿੰਦਾ ਨਹੀਂ ਸੁਣਦੇ, ਚੁਗਲੀ ਨਹੀਂ ਸੁਣਦੇ, ਈਰਖਾ ਨਹੀਂ ਸੁਣਦੇ। ਮੈਂ ਸਭ ਬੁਰਾ ਸੁਣਨਾ ਛੱਡ ਦਿੱਤਾ, ਮੈਂ ਦੁਨਿਆਵੀ ਗੱਲਾਂ ਛੱਡ ਦਿੱਤੀਆਂ। ਹੁਣ ਮੈਂ ਸੁਣਦਾ ਕੇਵਲ ਆਪਣੇ ਗੁਰੂ ਦੀ ਗੱਲ ਤੇ ਗੁਰੂ ਦਾ ਨਾਮ ਸੁਣਦਾ। ਐਸਾ ਬਹਿਰਾ ਹੋਣਾ ਤੇ ਗੂੰਗਾ ਹੋਣਾ ਮੁਬਾਰਕ। ਹੁਣ ਤੀਜੀ ਗੱਲ ਕੀ ਕੀਤੀ? ਕਹਿੰਦੇ ਪਾਵੋਂ ਤੇ ਪਿੰਗੁਲ ਪਿਆ ਮਾਰਿਆ ਸਤਿਗੁਰਬਾਨ। ਕਹਿੰਦੇ ਇਹ ਖੇਡ ਇਸ ਤਰ੍ਹਾਂ ਵਰਤੀ ਹੈ। ਸੰਸਾਰ ਦੀ ਇੱਕ ਕਹਾਵਤ ਹੈ ਜੀ ਕਿ ਇੱਕ ਤੀਰ ਦੋ ਨਿਸ਼ਾਨੇ, ਪਰ ਕਹਿੰਦੇ ਜਿਹੜਾ ਗੁਰੂ ਤੀਰ ਮਾਰਦਾ ਇੱਕ ਤੀਰ 'ਚ ਉਹਨੇ 3 ਨਿਸ਼ਾਨੇ ਰੱਖ ਦਿੱਤੇ। ਤੀਜਾ ਨਿਸ਼ਾਨਾ ਕੀਤਾ, ਕਹਿੰਦੇ ਮੇਰੇ ਪੈਰਾਂ ਦੇ ਵਿੱਚੋਂ ਤੀਰ ਵੱਜਿਆ ਤੇ ਮੈਂ ਪਿੰਗਲਾ ਹੋ ਗਿਆ, ਮੈਂ ਹੁਣ ਤੁਰ ਹੀ ਨਹੀਂ ਸਕਦਾ। ਹੁਣ ਧਿਆਨ ਵਿੱਚ ਰੱਖਿਓ, ਗੱਲ ਸਾਰੀ ਅੰਦਰ ਦੀ ਚੱਲ ਰਹੀ ਹੈ। ਇਹੀ ਖੇਡ ਚੌਥੇ ਪਾਤਸ਼ਾਹ ਨਾਲ ਵਰਤੀ ਹੈ। ਕਹਿੰਦੇ ਮੈਂ ਪਿੰਗਲਾ ਹੋ ਗਿਆ। ਪੁੱਛਿਆ ਕਬੀਰ ਜੀ ਤੁਸੀਂ ਤੇ ਤੁਰ ਰਹੇ ਹੋ, ਠੀਕ ਠਾਕ ਹੋ, ਲੱਤਾਂ ਪੈਰ ਕੰਮ ਕਰਦੇ ਨੇ? ਨਹੀਂ, ਕਹਿੰਦੇ ਜਿਹੜਾ ਮੇਰਾ ਮਨ ਪਹਿਲਾਂ ਕਦੀ ਕਿਤੇ ਭਟਕਦਾ ਸੀ, ਕਦੀ ਕਿਤੇ ਭਟਕਦਾ ਸੀ, ਕਦੀ ਕਿਤੇ ਤੁਰ ਜਾਂਦਾ ਸੀ, ਕਦੀ ਕਿਤੇ ਤੁਰ ਜਾਂਦਾ ਸੀ, ਮੈਂ ਉਹ ਸਾਰੇ ਦਰਵਾਜ਼ਿਆਂ ਤੇ ਭਟਕਣਾ ਛੱਡ ਦਿੱਤਾ। ਉਧਰੋਂ ਪਿੰਗਲਾ ਹੋ ਕੇ ਮੈਂ ਆਪਣੇ ਸੱਚੇ ਰੱਬ ਦੇ ਦਰ ਦਾ ਪੁਜਾਰੀ ਬਣ ਗਿਆ ਹਾਂ। ਕਿਵੇਂ ਖੇਡ ਵਰਤੀ? ਮਾਰਿਆ ਸਤਿਗੁਰਬਾਨ। ਸਤਿਗੁਰੂ ਨੇ ਸ਼ਬਦ ਦਾ ਤੀਰ ਮਾਰਿਆ। ਇਸ ਸ਼ਬਦ ਦੇ ਤੀਰ ਨੇ ਮੇਰੇ ਅੰਦਰ ਨੂੰ ਵਿੰਨ ਕੇ ਰੱਖ ਦਿੱਤਾ ਹੈ। ਹੁਣ ਗੁਰੂ ਤੋਂ ਬਿਨਾਂ ਨਾ ਕੁਝ ਸੁਣਨਾ ਚੰਗਾ ਲੱਗਦਾ ਹੈ, ਨਾ ਵੇਖਣਾ ਚੰਗਾ ਲੱਗਦਾ ਹੈ, ਨਾ ਗੁਰੂ ਦਾ ਦਰ ਛੱਡ ਕੇ ਕਿਸੇ ਦੂਜੇ ਦਰ ਤੇ ਭਟਕਣਾ ਚੰਗਾ ਲੱਗਦਾ ਹੈ। ਇੱਥੋਂ ਸਿੱਖੀ ਦੀ ਸ਼ੁਰੂਆਤ ਹੋਣੀ ਹੈ।
थोड़ा जिहा नाल समझियो कि असीं इस मार्ग के पंथी बनन लगे हाँ। किते तां नहीं भी असीं बड़ा कुछ दुनिया का सुनते हैं, जे असीं तां जिधरों चार गल्लां सुनियां, जिधरों थोड़ी जी वडियाई किसी की सुन ली, असीं उधर नूं तुर पए। अज जिहड़ियां थां थां ते कई झूठ दीयां दुकानां खुल्लियां ने, कई तरह दीयां। हुण उत्थे जदों असीं जाने आ, कुछ सुन के ही गए आ ना, कोई सानू रब्बी इल्हाम ते नहीं ना होया। चार बंदे ने आके कह दिता जी वाह वाह वो फलानी थां ते जा, भलिया बड़ा कुछ मिलता है, उत्थे वीजे लगते ने, पुत्त मिलते ने, अमरीका कनेडा दियां शहरां हुंदियां ने, उत्थे लाटरियां लगदियां ने, बड़ा कुछ है ना दुनिया च, ही कुछ चलता है। कोई केले दे रहा, कोई मिर्चां दे रहा, कोई सब्जी दे रहा, कोई पता नहीं की, कोई लौंग इलायचियां, धागे ते भी तो हद होगी। सिक्खी इत्थे आ लिया के खिलार दी। असी कुछ सुनिया, असी सुनी करामात, असी सुनिया दुनियावी गल्लां, ते लोभ लालच दीयां गल्लां ने साडा मन भटका दिता, असी भटक गए, तुर पए असी उधर नूं अखां बंद करके। पर जिन्हां दा दिन मना रहे हो नहीं तुरे, वो नहीं तुरे, जिस स्थान ते बैठे वो भी नहीं तुरे। बस इत्थों ही सिੱਖੀ नूं समझना है आपां ने। खैर गुरु मेहर करन, सब तो वध लोड़ सहारे दी मनुख नूं पई, इन्हें जन्म तो ही सहारा पालिया। ऐसे दीन दयाल जिन्हां दे अस्थान ते अज दुनिया नतमस्तक होना लोचदी है, हरमंदर साहब अमृतसर दरबार साहब दे दर्शन करना लोचदी है, वो सोढी सुल्तान चौथे पातशाह धन श्री गुरु रामदास साहब महाराज इस संसार के अंदर शरीरक जामा धार के गरीब निवाज पातशाह 24 सितंबर 1534 नूं इस संसार दे विच प्रकाश धारते हैं। चूना मंडी लाहौर की धरती, माता दया कौर ते पिता हरदास जी के गृह दे विच सतगुरु जी का प्रकाश हुंदा है। ते आपां चों तकरीबन बहुतिआं नूं ज्ञात होएगा, पुराने समयां विच घर दे अंदर पहले पुत्र दा जां पहली संतान दा एक नाम ते जिन्हों असीं कहने पक्का नाम जां पूरा नाम वो रखते सन, पर पहले नूं आम तौर ते जेठा करके कहा जाता सी। जेठे दा अर्थ हुंदा वड्डा। जदों आपां श्री गुरु ग्रंथ साहिब जी 12वां पढ़ते हैं, उत्थे जेठ महीने की भी विचार चलती है। हर जेठ जुड़ंदा लोड़िया जे सग्गा शब निवन। 12 महीनों विचों जेठ का महीना सब तो वड्डा, इस करके उसका नाम जेठ है। पर वो महीनों करके जेठ है, वो रिश्ते वाला जेठ नहीं है। जेठ का अर्थ है वड्डा। पर महाराज ने कमाल की, कहते केवल महीने का प्रभाव ना कबूलें, दिनों तक सीमित ना रह जाए। महाराज ने अगे लगा दिता हर जेठ, रब जेठ है उन्होंने चेते रखें। सब तो वड्डा तो वही है, उहदे वर्गा वड्डा कौन है। पर जेठा जी का नाम बचपन तो कई लिखारियों के मुताबिक रामदास घर दे विच ही नाम रख दिता गया सी, पर पलेठे ते वड्डे होने करके इन्हां नूं जेठा जी कहा जाण लग पिया ते यही नाम प्रचलित हो गया। अकाल पुरख परमेश्वर ने सत संगत एक गल ध्यान विच रखियो, ये साडे सारियां दी जिंदगी च वापरदी है गल। दुख साडी सब दी जिंदगी च आए ने, आउणगे। ऐसा मैनूं नहीं लगता संसार च कोई मनुख होवे जिहड़ा ये आखे जी मेरी जिंदगी च कदी दुख नहीं आया। मानसिक दुख आ सकता है, संसारिक दुख आ सकता है, शरीरक दुख आ सकता है, आर्थिक दुख आ सकता है, परिवारिक दुख आ सकता है। दुख के कई रूप होंदे ने, पर काम इक्को ही करता भी सानू दुखी करेगा। रूप उहदा कोई हो सकता है। तो गुरु नानक की सिੱਖੀ नूं समझना है तो फिर गुरु नानक साहब की बाणी नूं जरूर समझना पएगा। महाराज कहते ने दुनिया दे विच जिन्ने भी दुख ने, अगर वो दुख नूं तू भाणा मन के मन ले, हर दुख तेरे लिए दारू बन जाएगा। दुख दारू जिन्हों असी सुख मनते हैं वो रोग बन जाएगा। दुख नूं दारू किवें बनाउणा है? दुख दारू बनता है। दारू दा अर्थ हुंदा है दवा, इलाज, ट्रीटमेंट साडे भले वास्ते, जो साडे दुखां नूं कट दे। महाराज कहते देखो नाम ते दारू है, पर देखी किते दुखां च घबरा ना जाई, भलिया दुख भी दारू है। हर दुख तुहाडे सुख की परिभाषा नूं निर्धारित करता है। आउण वाला दुख किसी की जिंदगी च आउण वाले सुख नूं परिभाषित कर रहा है। और मालिक ने जिसनों बहुत वड्डा सुख देना होवे, कई बारी उन्हां दी जिंदगी की शुरुआत करदा ही दुखां तो है।
ਆਪਾਂ ਦੇਖਿਆ ਹੋਣਾ ਤੁਸੀਂ ਜ਼ਿੰਦਗੀ 'ਚ ਬਹੁਤ ਸਾਰੇ ਪਰਿਵਾਰ, ਬੱਚੇ, ਇਨਸਾਨ ਐਸੇ ਨੇ ਜਿਹੜੇ ਅੱਜ ਦੁਨੀਆ 'ਚ ਕਾਮਯਾਬ ਬਹੁਤ ਹੋ ਗਏ, ਬੜਾ ਨਾਮ ਹੋ ਗਿਆ, ਉਹਨਾਂ ਨੂੰ ਸ਼ੌਹਰਤ, ਪੈਸਾ, ਦੁਨੀਆ 'ਚ ਨਾਮੋ ਨੁਕਸ਼ ਬਹੁਤ ਕੁਝ ਮਿਲਿਆ, ਪਰ ਉਹ ਕਹਿੰਦੇ ਵੀ ਜਦੋਂ ਅਸੀਂ ਜ਼ਿੰਦਗੀ ਸ਼ੁਰੂਆਤ ਕੀਤੀ ਅਸੀਂ ਗਰੀਬੀ ਦਾ ਵਿੱਚ ਪਲੇ ਹਾਂ। ਖਾਣ ਨੂੰ ਸਾਡੇ ਕੋਲ ਰੋਟੀ ਨਹੀਂ ਸੀ ਹੁੰਦੀ, ਸਿਰ ਤੇ ਛੱਤ ਨਹੀਂ ਸੀ ਹੁੰਦੀ, ਇੱਕ ਇੱਕ ਕਮਰੇ 'ਚ 6-6 ਜੀਆਂ ਨੇ ਗੁਜ਼ਾਰਾ ਕੀਤਾ, ਕਈ ਦਿਨ ਅਸੀਂ ਭੁੱਖੇ ਸੌਂਦੇ ਰਹੇ। ਹੁਣ ਸ਼ੁਰੂਆਤ ਤੇ ਦੁੱਖਾਂ 'ਚ ਹੋ ਗਈ ਉਸ ਵੇਲੇ, ਪਰ ਦੁੱਖ ਕਿਸੇ ਨੂੰ ਚੰਗਾ ਨਹੀਂ ਨਾ ਜੀ ਲੱਗਦਾ। ਬੰਦਾ ਤੇ ਫਿਰ ਉਦੋਂ ਇਹ ਕਹਿੰਦਾ ਵੀ ਹੇ ਰੱਬਾ, ਅਸੀਂ ਸਾਡੇ ਨਾਲ ਕਿਹੜੀ ਦੁਸ਼ਮਣੀ ਪਾਲ ਲਈ ਹੈ, ਅਸੀਂ ਤੇਰਾ ਕੀ ਵਿਗਾੜ ਦਿੱਤਾ, ਐਡਾ ਵੱਡਾ ਦੁੱਖ ਆ ਗਿਆ। ਪਰ ਉਸ ਦੁੱਖ ਨੇ ਬੰਦੇ ਦੀ ਘਾੜਤ ਘੜੀ, ਤੇ ਜਿਸ ਦੀ ਘਾੜਤ ਘੜੀ ਜਾਂਦੀ ਹੈ, ਘੜਿਆ ਹੋਇਆ ਤੇ ਪੱਥਰ ਵੀ ਮੰਦਰ ਵਿੱਚ ਭਗਵਾਨ ਬਣ ਕੇ ਪੂਜਿਆ ਜਾਂਦਾ। ਆਪਾਂ ਤੇ ਫੇਰ ਇਨਸਾਨ ਆ, ਪੱਥਰ ਵੀ ਘੜਿਆ ਜਾਏ ਨਾ ਮੰਦਰ ਵਿੱਚ ਰੱਬ ਦਾ ਦਰਜਾ ਪਾ ਲੈਂਦਾ ਹੈ, ਪਰ ਜੇ ਬੰਦਾ ਘੜਿਆ ਜਾਏ ਇਹ ਦਰਜਾ ਹੀ ਨਹੀਂ ਪਾਉਂਦਾ, ਰੱਬ ਦਾ ਰੂਪ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ। ਪਰ ਕਢਾਉਣ ਵਾਸਤੇ ਸਾਧ ਸੰਗਤ ਸੱਟਾਂ ਤੇ ਸਹਿਣੀਆਂ ਹੀ ਪੈਣਗੀਆਂ। ਆ ਜਿਹੜੇ ਤੁਹਾਡੇ ਮਾਤਾਵਾਂ ਭੈਣਾਂ ਵੀਰ ਕੁਝ ਬੈਠੇ ਹੋਣੇ ਨੇ ਜਿਨ੍ਹਾਂ ਨੇ ਸੋਨੇ ਦੇ ਗਹਿਣੇ ਪਾਏ ਹੋਣਗੇ, ਸੋਨੇ ਦੇ ਗਹਿਣੇ ਪਾਏ ਹੋਣੇ। ਸੋਨਾ ਜਦੋਂ ਢੇਲੀ ਦੇ ਰੂਪ 'ਚ ਹੁੰਦਾ ਉਹਨੂੰ ਕੋਈ ਨਹੀਂ ਪਾਉਂਦਾ, ਈਵਨ ਉਹ ਦੁਕਾਨਾਂ ਤੇ ਵੀ ਨਹੀਂ ਵਿਕਦਾ। ਪਰ ਉਹੀ ਸੋਨਾ ਜਦੋਂ ਕੁਠਾਰੀ ਵਿੱਚ ਢਲ ਜਾਂਦਾ, ਉਹਦੀ ਖੋਟ ਨਿਕਲ ਜਾਂਦੀ ਹੈ, ਸੁਨਾਰਾ ਉਹਦੇ ਤੇ ਕਈ ਤਰ੍ਹਾਂ ਦੀਆਂ ਸੱਟਾਂ ਮਾਰ ਮਾਰ ਕੇ ਉਹਨੂੰ ਕੋਈ ਡਿਜ਼ਾਈਨ, ਕੋਈ ਆਕਾਰ ਦਿੰਦਾ ਹੈ। ਉਸ ਆਕਾਰ ਦੇਣ ਤੋਂ ਬਾਅਦ, ਉਹਨੂੰ ਘੜਨ ਤੋਂ ਬਾਅਦ ਸੁਨਿਆਰਾ ਫਿਰ ਉਸੇ ਸੋਨੇ ਨੂੰ ਸ਼ੀਸ਼ੇ ਦੇ ਵਿੱਚ ਰੱਖਦਾ ਹੈ, ਉਹਦੀ ਵੈਲਿਊ ਪੈ ਜਾਂਦੀ ਹੈ। ਤੁਸੀਂ ਉਹਨੂੰ ਆਪਣੇ ਸਰੀਰ ਦਾ ਹਾਰ ਸ਼ਿੰਗਾਰ ਬਣਾਉਂਦੇ ਹੋ। ਵੈਲਿਊ ਕਦੋਂ ਪਈ? ਜਦੋਂ ਉਹਨੇ ਕੁਠਾਰੀ ਦਾ ਸੇਕ ਵੀ ਸਹਿਆ, ਉਹਨੇ ਸੁਨਿਆਰੇ ਦੀਆਂ ਸੱਟਾਂ ਵੀ ਸਹੀਆਂ, ਉਸ ਤੋਂ ਬਾਅਦ ਉਹਦੀ ਕੀਮਤ ਇੰਨੀ ਪੈ ਗਈ, ਉਹ ਅੱਜ ਲੱਖਾਂ ਦੇ ਵਿੱਚ ਵਿਕ ਰਿਹਾ। ਹਰ ਦੁੱਖ ਤੁਹਾਨੂੰ ਸੁੱਖ ਤੱਕ ਲੈ ਕੇ ਜਾਏਗਾ। ਮੈਂ ਬੇਨਤੀ ਤਾਂ ਕੀਤੀ ਵੀ ਦੁੱਖ ਆਉਂਦੇ ਨੇ, ਦੁੱਖ ਆਉਣਗੇ, ਇਹਨਾਂ 'ਚ ਕਦੀ ਘਬਰਾਉਣਾ ਨਹੀਂ। ਮਾਲਕ ਦੀ ਰਜ਼ਾ ਤੇ ਪਾਣਾ ਮੰਨ ਲਿਓ, ਪਤਾ ਨਹੀਂ ਗਰੀਬ ਨਵਾਜ਼ ਪਾਤਸ਼ਾਹ ਨੇ ਸਾਨੂੰ ਕੀ ਤੋਂ ਕੀ ਦੇ ਦੇਣਾ ਹੈ। ਚੌਥੇ ਪਾਤਸ਼ਾਹ ਦੀ ਜ਼ਿੰਦਗੀ ਸ਼ੁਰੂ ਇੱਥੋਂ ਹੀ ਹੋਈ ਹੈ। ਇੱਕ ਬੇਨਤੀ ਹੋਰ ਕਰਦੇ ਹਾਂ, 1534 ਈਸਵੀ ਦਾ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਤੇ ਜਿਸ ਵੇਲੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸਰੀਰਕ ਰੂਪ 'ਚ ਭਾਈ ਜੇਠਾ ਜੀ ਦੇ ਰੂਪ 'ਚ ਸੰਸਾਰ 'ਚ ਆਏ, ਇੱਕੋ ਸਮੇਂ ਤੇ ਉਸ ਵੇਲੇ 4 ਪਾਤਸ਼ਾਹੀਆਂ ਸਰੀਰਕ ਰੂਪ ਦੇ ਵਿੱਚ ਸੰਸਾਰ ਵਿੱਚ ਮੌਜੂਦ ਨੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ 1539 ਈਸਵੀ ਨੂੰ ਜੋਤੀ ਜੋਤ ਸਮਾਉਂਦੇ ਨੇ। ਦੂਜੇ ਪਾਤਸ਼ਾਹ ਦਾ ਪ੍ਰਕਾਸ਼ 1504 ਦਾ ਹੈ। ਤੀਜੇ ਪਾਤਸ਼ਾਹ ਦਾ ਪ੍ਰਕਾਸ਼ 1479 ਈਸਵੀ ਦਾ ਹੈ। ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਨੇ ਉਮਰ ਦੇ ਵਿੱਚ। ਗੁਰਤਾ ਗੱਦੀ ਦੂਜੇ ਪਾਤਸ਼ਾਹ ਨੂੰ ਪਹਿਲਾਂ ਮਿਲ ਜਾਂਦੀ ਹੈ। ਤੇ 1534 ਤੱਕ ਸਾਧ ਸੰਗਤ 4 ਪਾਤਸ਼ਾਹੀਆਂ ਸਰੀਰਕ ਰੂਪ ਦੇ ਵਿੱਚ ਇੱਕੋ ਸਮੇਂ ਸੰਸਾਰ 'ਚ ਹਾਜ਼ਰ ਰਹੀਆਂ ਨੇ। ਸਮਾਂ ਆਪਣੀ ਚਾਲੇ ਚੱਲਿਆ। 7 ਸਾਲ ਦੀ ਉਮਰ ਤੱਕ ਪਹੁੰਚਦਿਆਂ ਚੌਥੇ ਪਾਤਸ਼ਾਹ ਦੇ ਸਿਰ ਤੋਂ ਸੰਸਾਰਿਕ ਤੌਰ ਤੇ ਇੱਕ ਸ਼ਬਦ ਵਰਤਦੇ ਆ ਜੀ ਅਸੀਂ, ਜਿਸ ਦੇ ਮਾਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਏ, ਲੋਕੀ ਕਹਿੰਦੇ ਨੇ ਯਤੀਮ ਹੋ ਗਿਆ, ਅਨਾਥ ਹੋ ਗਿਆ ਜੀ ਬੱਚਾ। ਹਿੰਦੂ ਵੀਰ ਬੈਠੇ ਨੇ, ਸਨਾਤਨ ਮਤ ਦੇ ਵਿੱਚ ਇੱਕ ਰਵਾਇਤ ਹੈ, ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠਦਾ ਹੈ, ਉਹਦੇ ਬੱਚੇ ਦਾ, ਬੇਟੇ ਦਾ ਮੁੰਡਨ ਕਰ ਦਿੱਤਾ ਜਾਂਦਾ ਹੈ। ਮੁੰਡਨ ਇਹ ਕਿਉਂ ਕੀਤਾ ਜਾਂਦਾ ਹੈ? ਇਹਦਾ ਕਾਰਨ ਇਹ ਹੁੰਦਾ ਵੀ ਬੇਟਾ ਤੇਰੇ ਸਿਰ ਤੇ ਕੁਝ ਵੀ ਨਹੀਂ ਬਚਿਆ। ਇਹ ਸੰਕੇਤਕ ਹੈ, ਸੰਕੇਤਕ ਰਵਾਇਤ ਹੈ, ਇਹ ਰਸਮ ਹੈ, ਸੰਕੇਤ ਦੇ ਰਹੀ ਹੈ ਕੋਈ। ਉਹ ਵੀਰਾਂ ਦੇ ਵਿੱਚ ਚੱਲਦੀ ਹੈ, ਉਹਨਾਂ ਨੂੰ ਮੁਬਾਰਕ। ਤੇਰੇ ਸਿਰ ਦੇ ਉੱਪਰ ਹੁਣ ਕੁਝ ਵੀ ਨਹੀਂ ਬਚਿਆ, ਤੇਰਾ ਸਹਾਰਾ ਕੋਈ ਨਹੀਂ ਰਿਹਾ, ਤੂੰ ਇੰਨਾ ਅਨਾਥ ਹੋ ਗਿਆ ਵੀ ਤੂੰ ਸਿਰ ਤੋਂ ਵੀ ਖਾਲੀ ਹੋ ਗਿਆ, ਕਿਉਂਕਿ ਤੇਰਾ ਪਿਓ ਹੀ, ਜਿਹਦਾ ਪਿਓ ਚਲਾ ਗਿਆ ਤਾਂ ਸਭ ਕੁਝ ਚਲਾ ਗਿਆ। ਇਸ ਕਰਕੇ ਰਵਾਇਤ ਇੱਕ ਰਸਮ ਬਣੀ ਜੋ ਸੰਕੇਤ ਦੇ ਰਹੀ ਹੈ। ਪਰ ਗੁਰੂ ਨਾਨਕ ਸਾਹਿਬ ਦੀ ਕਮਾਲ, ਮਹਾਰਾਜ ਨੇ ਐਸੀ ਪਿਰਤ ਪਾ ਦਿੱਤੀ, ਕਹਿੰਦੇ ਸੰਸਾਰ ਦਾ ਪਿਓ, ਜਨਮ ਦੇਣ ਵਾਲਾ ਪਿਓ, ਜਨਮ ਦੇਣ ਵਾਲੀ ਮਾਂ ਭਾਵੇਂ ਚਲੀ ਜਾਏ, ਸਿੱਖਾ ਮੈਂ ਤੇਰੇ ਸਿਰ ਤੇ ਉਸ ਅਕਾਲ ਪੁਰਖ ਦੇ ਦਿੱਤੇ ਕੇਸ ਤੇ ਇਹਨਾਂ ਕੇਸਾਂ ਨੂੰ ਸੰਭਾਲਣ ਵਾਸਤੇ ਦਿੱਤੀ ਦਸਤਾਰ ਸਦਾ ਲਈ ਬਣਾ ਚੱਲਿਆ। ਕਿਉਂ? ਸਿੱਖ ਦਾ ਪਿਤਾ ਅਕਾਲ ਪੁਰਖ ਪਰਮੇਸ਼ਰ ਹੈ, ਤੇ ਪਰਮੇਸ਼ਰ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ ਹੈ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਦੁਨਿਆਵੀ ਪਿਤਾ ਚਲਾ ਜਾਏਗਾ, ਸਾਥ ਛੱਡ ਜਾਏਗਾ, ਪਰ ਮੈਂ ਤੈਨੂੰ ਉਹਦੇ ਲੜ ਲਾ ਚੁੱਕਿਆ, ਉਹਨੇ ਨਾ ਮਰਨਾ, ਨਾ ਆਉਣਾ, ਨਾ ਜਾਣਾ, ਨਾ ਜੰਮਣਾ, ਨਾ ਮਰਨਾ। ਇਸ ਲਈ ਸਿੱਖ ਨੇ ਕਦੇ ਅਨਾਥ ਵੀ ਨਹੀਂ ਹੋਣਾ। ਸਿੱਖ ਕਦੇ ਨਹੀਂ ਕਹਿੰਦਾ ਜੀ ਅਸੀਂ ਅਨਾਥ ਹੋ ਗਏ। ਦੂਜੀ ਗੱਲ, ਜੇ ਕੋਈ ਇਹ ਮੰਨਦਾ ਵੀ ਮੈਂ ਅਨਾਥ ਹਾਂ,
महाराज कहते घबरा ना, अनाथां दा नाथ, ये धन धन सतगुरु श्री गुरु ग्रंथ साहिब महाराज दा घर अनाथां दा नाथ है। दीन दर्द दुख भंजना घट घट नाथ अनाथ। दुनिया दे हर अनाथ दा नाथ सतगुर सच्चा पातशाह मालिक आप है। सिख कदी अनाथ नहीं हुंदा। इस करके ना साडे मुंडन जांदे ने, ना सर तो दस्तार जांदी है। बल्कि कमाल है, जदों किसी का प्यो चढ़ाई करदा सानू एक दस्तार होर दे दित्ती जाती है भी तू घबरा ना, गुर मेरे संग सदा है नाले, सिमर सिमर ते सदा सदा। किड्डा वड्डा तरवास बनाया। पर हुण जदों संसारी अख नाल वेखोगे, सोच के देखो साध संगत, एक 7 साल का बाल होवे, ये जिहड़ी उम्र हुंदी है बचपन की उम्र, देखो 2 उम्रां वाकई वो ने जिस दे विच सहारे की लोड़ है। एक बचपन है तो दूजी बजुर्गी है। चौथे पातशाह 7 सालों में माँ बाप भी होने हो गए। और कमाल की गल ये हुई भी सोडियां दे परिवार दे घर दे खानदान दे मैंबर उत्थे हन, पर किसी ने जेठे दे सिर ते हथ नहीं रखा, बेटा घबरा ना, असी हाँ तेरी परवरिश करांगे, तेनू रोजी रोटी देंगे, तेनू छत मिलेगी, तेरी पढ़ाई लिखाई असी करावांगे, तेरी जिम्मेवारी चुकांगे। अकाल पुरख वाहिगुरू परमेश्वर का भाणा सी। असल विच इत्थों ये दिखाया, बंदिया तू मता भरोसा करी, मेरे फलाने इन्ने दोस्त, इन्ने रिश्तेदार, इन्ने घर, इन्ना टब्बर, इन्ने लोग मेरे नाल। कहते पता तो उस दिन लगना जिदन किते दुखों के विच घिर गया, उदन गिनती करी भी तेरे नाल किन्ने खड़े ने। सच जाने फेसबुक ते 5-5 हज़ार फ्रेंड हो जाए ना, बंदा कहता जी हुण दूजी प्रोफाइल बनानी है क्योंकि ये मेरे दोस्त 5000 हो गए। तो जो हस्पताल के ICU बंदा पिया हुंदा ना, वो 5000 का तो किसी का फोन भी नहीं लगता, लग जाए अगला चकदा भी नहीं। महाराज ने पहले क्या सी, कहते बिपत परी सब ही संग छाड़त, को न आवत नेरा। कहते पता सुखां दे विच कदी ना समझियो मेरे दोस्त मित्र रिश्तेदार भैन भरा किन्ने हन। अगर सच्चे साथी की गिनती करनी है तो दुखों दे विच करियो भी दुखों विच तेरे नाल खड़न वाले किन्ने ने। सियाणियां ने एक गल कही, कहते जदों हनेरा हो जाए ना, हनेरे का अर्थ करांगे भी विपता का माड़ा समा। हनेरे का अर्थ है रात। हनेरा हुंदा है, रात पैंदी है, तो रात पैण सार बंदे का अपना परछावां भी साथ छड्ड दिंदा है। रात पैगी तो परछावां भी नज़र नहीं आता, तो सोचो फिर दुनिया ने कित्थों नज़र आना। बदबख्ती में कब कौन किसी का साथ देता है कि तारीकी में इंसान से साया भी जुदा होता है। तारीकी कहते हैं हनेरे नूं। एक होर क्या कहते, दुखां विचों दुख है वड्डा, दुखां विचों दुख है वड्डा, जिहदा नाम गरीबी, औखे वेले छड्ड जांदे सब, जिहड़े हुंदे बहुत करीबी। असी बड़े करीब हाँ जी, असी बड़े नेड़े हाँ। कहते वड्डा दुख पैंदा तो नेड़े वाले भी साथ छड्ड जाते हैं। पर ध्यान रखियो, दुनिया साथ छड्ड सकती है, आंडी गुआंढी साथ छड्ड सकते हैं, रिश्तेदार भैन भरा दोस्त मित्र साथ छड्ड सकते हैं, पर बंदिया तू उस गुरु दे लड़ लग्या, ये जिउंदे जी गल छड्डे, मरण तो बाद भी साथ नहीं छड्डदा। जह मात पिता सुत मीत ना भाई, मन उहाँ नाम तेरे संग साई। तू नाम नू साथी बन, ये हर थां ते तेरे नाल निभेगा। पर संसार की हकीकत सी जी, दुनियादारी इदां ही चलती है। किसी ने सिर ते हथ न रखिया, दुखों के विच जिंदगी जानी शुरू हो गई। माता पिता का संस्कार नानी माँ ने बसर के तो आके किया, धी का संस्कार थोड़े समय बाद, जवाई का संस्कार, जेठे नूं हुण की किया जाए, उत्थे रह नहीं सी सकते, मजबूरी सी, अपने नाल बसर के ले आए। हुण बचपन ते बजुर्गी दोवें इकट्ठे ने, जवान कोई भी नहीं है, दोवां नूं सहारे की लोड़ है। तो फिर मालिक कहते हैं जदों किते बंदे ते कोई विपता पै जाए, वक्त पै जाए, वो मालिक राह भी अपने आप बना दिंदा है। राह बन गया। नानी माँ ने कहा भी जेठिया बेटा हुण आपां नूं गुजरान तो करना पएगा ना, कुछ छकना है, पदार्थ चाहिए, फिर एक काम करदे आ, मेहनत कर। कहती मैं तेनों घुंगणियां बाल के देवांगी, तो उन्हां दी सिर ते छाबड़ी चुक ते गली गली होका दे के वेच अपनी उपजीविका चलेगी। बचपन ते बजुर्ग एक दूजे का सहारा बन गए। मैं कहना कमाल की गल है, जदों कुछ साल बीते उस तो बाद तुसीं आ जाओ फिर थोड़ा जिहा ठंडे बुरज ते। जदों ठंडे बुरज की गाथा चेते करोगे, केवल मैनूं लगदा शायद 1.5-2 महीने रह गए ने। उस सवा का जोड़ मेल
ਸਾਕਾ ਸਰਹੰਦ, ਸਾਕਾ ਚਮਕੌਰ ਸਭ ਆਉਣ ਵਾਲਾ। ਪੋਹ ਦੀਆਂ ਠੰਡੀਆਂ ਰਾਤਾਂ, ਠੰਡੇ ਬੁਰਜ ਦੇ ਅੰਦਰ ਅੱਜ ਫੇਰ ਉਹੀ ਇਤਿਹਾਸ ਵਾਪਰਿਆ। ਅੱਜ ਇੱਕ ਪਾਸੇ ਬਾਲ ਨੇ ਤੇ ਦੂਜੇ ਪਾਸੇ ਬਜ਼ੁਰਗ ਹੈ। ਬਾਲ ਬਜ਼ੁਰਗਾਂ ਦਾ ਤੇ ਬਜ਼ੁਰਗ ਦਾਦੀ ਆਪਣੇ ਬਾਲਾਂ ਦਾ ਸਹਾਰਾ ਬਣੀ। ਉਹਨਾਂ ਨੇ ਉਸ ਧਰਤੀ ਦੇ ਉੱਪਰ ਉਸ ਅੱਤ ਦੇ ਠੰਡ ਦੇ ਮੌਸਮ ਤੇ ਮਾਹੌਲ ਦੇ ਅੰਦਰ ਵੀ ਆਪਣੇ ਬੱਚਿਆਂ ਨੂੰ ਗੁਰੂ ਕੀਆਂ ਸਾਖੀਆਂ ਤੇ ਗੁਰੂ ਕੀ ਬਾਣੀ ਦੇ ਗਰਮੈਸ਼ ਨਾਲ ਆਪਣੇ ਬੱਚਿਆਂ ਨੂੰ ਨਿੱਘ ਦੇ ਕੇ ਉੱਥੇ ਉਹਨਾਂ ਦੀ ਪਰਵਰਿਸ਼ ਕੀਤੀ, ਉਹਨਾਂ ਦੇ ਸਿਦਕ ਨੂੰ ਅਡੋਲ ਰੱਖਿਆ। ਅਗਰ ਅੱਜ ਦਾ ਬਜ਼ੁਰਗ, ਅੱਜ ਦੀ ਬਜ਼ੁਰਗੀ, ਸਾਡੇ ਬਜ਼ੁਰਗ ਬਾਪੂ ਮਾਤਾਵਾਂ ਭੈਣਾਂ ਦਾਦੇ ਦਾਦੀਆਂ ਨਾਨੇ ਨਾਨੀਆਂ ਸਾਰੀਆਂ ਰਿਸ਼ਤੇਦਾਰੀਆਂ ਸਾਡੀਆਂ ਮਹਾਰਾਜ ਕਰੇ ਸਲਾਮਤ ਰਹਿਣ, ਪਰ ਬੜੀ ਵੱਡੀ ਜ਼ਿੰਮੇਵਾਰੀ ਹੈ। ਅਗਰ ਬਜ਼ੁਰਗੀ ਆਪਣੇ ਫਰਜ਼ ਨੂੰ ਸਮਝ ਲੈ ਤੇ ਸਾਂਭ ਲੈ, ਉਹ ਆਪਣੀ ਜਵਾਨੀ ਨੂੰ ਵੀ ਸਾਂਭ ਸਕਦੀ ਹੈ, ਆਪਣੇ ਘਰ ਦੀ, ਆਪਣੇ ਖਾਨਦਾਨ ਦੀ ਬਚਪਨੇ ਨੂੰ ਵੀ ਸਾਂਭੇਗੀ। ਜਿੱਥੇ ਇਹ ਦੋ ਚੀਜ਼ਾਂ ਸੰਭਲ ਜਾਣ, ਉਹ ਕੌਮ ਸੰਭਲ ਜਾਇਆ ਕਰਦੀ ਹੈ। ਚੌਥੇ ਪਾਤਸ਼ਾਹ ਨੂੰ ਉਹਨਾਂ ਦੇ ਨਾਨੀ ਜੀ ਨੇ ਸਾਂਭਿਆ। ਘੁੰਗਣੀਆਂ ਬਚਪਨ 'ਚ ਵੇਚੀਆਂ ਤੇ ਖੇਡ ਐਸੀ ਬਣੀ। ਇੱਕ ਦਿਨ ਕਹਿੰਦੇ ਗਏ, ਦੇਖੋ ਬਚਪਨ ਤੋਂ ਹੀ ਮਾਲਕ ਨਾ ਕਈ ਵਾਰ ਕੋਈ ਰੱਬੀ ਗੁਣ ਐਸੇ ਭਰ ਦਿੰਦਾ, ਉੱਥੋਂ ਇਹ ਪਤਾ ਲੱਗਣ ਲੱਗ ਜਾਂਦਾ ਵੀ ਇਨਸਾਨ ਕਿਸ ਪਾਸੇ ਦਾ ਪਾਂਦੀ ਹੈ। ਅੱਜ ਜਿਹੜੀਆਂ ਰੌਣਕਾਂ ਆਪਾਂ ਹਰਿਮੰਦਰ ਸਾਹਿਬ ਸੱਚਖੰਡ ਵਿੱਚ ਦੇਖਦੇ ਹਾਂ, ਸਾਧ ਸੰਗਤ ਤੇ ਐਵੇਂ ਨਹੀਂ ਲੱਗੀਆਂ। ਇਹਨਾਂ ਦੇ ਪਿੱਛੇ ਬੜੀ ਵੱਡੀ ਕੁਰਬਾਨੀ ਹੈ, ਬੜਾ ਵੱਡਾ ਤਿਆਗ ਹੈ। ਕਿਸੇ ਨੇ ਅਤ ਦਰਜੇ ਦਾ ਦੁੱਖ ਸਹਿ ਕੇ ਉਹਨੂੰ ਰੱਬ ਦੀ ਰਜ਼ਾ ਤੇ ਭਾਣਾ ਮੰਨਿਆ ਹੈ। ਉਹ ਭਾਣਾ ਅੱਜ ਉੱਥੇ ਪਹੁੰਚ ਗਿਆ, ਸਾਰੀ ਦੁਨੀਆ ਉੱਥੇ ਆ ਕੇ ਆਪਣੀ ਖੈਰ ਤੇ ਸਲਾਮਤੀ ਮੰਗਦੀ ਹੈ। ਖੇਡ ਵਰਤੀ। ਅੱਜ ਜੇਠਾ ਜੀ ਗਏ ਨੇ, ਇੱਕ ਸਾਧੂ ਰੱਬ ਦਾ ਪਿਆਰਾ ਫਕੀਰ ਮਿਲਿਆ, ਕਹਿਣ ਲੱਗਿਆ ਵੀ ਜੇਠਿਆ ਅੱਜ ਭੁੱਖ ਬਹੁਤ ਲੱਗੀ ਹੈ, ਮੈਨੂੰ ਘੁੰਗਣੀਆਂ ਜ਼ਿਆਦਾ ਦੇ। ਜੇਠਾ ਜੀ ਨੇ ਆਪਣੀਆਂ 2 ਬੁੱਕਾਂ ਭਰ ਕੇ ਪਾ ਦਿੱਤੀਆਂ। ਹੁਣ ਨਿੱਕੇ ਨਿੱਕੇ ਹੱਥ ਨੇ। ਉਹ ਕਹਿਣ ਲੱਗਿਆ ਵੀ ਬੇਟਾ ਤੇਰੇ ਹੱਥ ਨਿੱਕੇ ਨੇ ਪਰ ਮੇਰਾ ਪੇਟ ਬਹੁਤ ਵੱਡਾ ਹੈ, ਵੀ ਤੂੰ ਅੱਜ ਮੈਨੂੰ ਜ਼ਿਆਦਾ ਦੇ ਦੇ। ਕਹਿੰਦੇ ਪ੍ਰਾਂਤ ਚੁੱਕੀ ਤੇ ਭਰੀ ਦੀ ਭਰੀ ਪ੍ਰਾਂਤ ਉਹਦੀ ਝੋਲੀ ਵਿੱਚ ਪਾ ਦਿੱਤੀ। ਕਹਿੰਦੇ ਬਾਬਾ ਜੀ ਸਾਰੀਆਂ ਛਕ ਲਓ। ਘਰ ਆ ਗਏ। ਨਾਨੀ ਮਾਂ ਨੇ ਪੁੱਛਿਆ ਬੇਟਾ ਅੱਜ ਦੀ ਵਟਕ ਕੀ ਹੈ, ਕਮਾਈ ਕਿੰਨੀ ਹੈ, ਕੀ ਲੈ ਕੇ ਅੱਜ ਖੱਟ ਕੇ? ਕਹਿਣ ਲੱਗੇ ਨਾਨੀ ਮਾਂ ਅੱਜ ਦੀ ਕਮਾਈ ਰੱਬ ਦੇ ਘਰ ਪਹੁੰਚ ਗਈ ਹੈ, ਅੱਜ ਦੀ ਸਾਰੀ ਕਿਰਤ ਰੱਬ ਦੇ ਘਰ ਚਲੀ ਗਈ। ਨਾਨੀ ਮਾਂ ਨੂੰ ਸਮਝਦਿਆਂ ਦੇਰ ਨਾ ਲੱਗੀ। ਅੱਜ ਨਾਨੀ ਮਾਂ ਨੇ ਹਿਰਦੇ ਦੇ ਅੰਦਰੋਂ ਪੁਕਾਰ ਕੀਤੀ। ਅੱਜ ਅੰਦਰ ਭਾਵਨਾ ਦੇ 2 ਸ਼ਬਦ ਉਸ ਮਾਲਿਕ ਦੇ ਦਰ ਤੇ ਅਰਦਾਸ ਬਣ ਗਏ ਤੇ ਅਰਦਾਸ ਸੱਚ ਜਾਣੇ ਬਣੇ ਹੀ ਨਹੀਂ, ਰੱਬ ਨੇ ਅਰਦਾਸ ਸੁਣੀ ਤੇ ਪ੍ਰਵਾਨ ਵੀ ਹੋਈ। ਕਦੀ ਭਾਵਨਾ ਕਰਕੇ ਅੰਦਰੋਂ ਜੁੜ ਕੇ ਨਾ, ਕਿਤੇ ਬੰਦਾ ਕਈ ਵਾਰੀ ਬਹੁਤ ਦੁੱਖ 'ਚ ਜਦੋਂ ਘਿਰਿਆ ਹੁੰਦਾ ਨਾ, ਸੱਚ ਜਾਣੇ ਉਦੋਂ ਇਕਾਗਰਤਾ ਬੜੀ ਬਣੀ ਹੁੰਦੀ ਹੈ ਜੀ। ਕਿਉਂਕਿ ਦੁਨੀਆਦਾਰੀ ਦੇ ਰੰਗ ਤਮਾਸ਼ੇ, ਦੁਨੀਆਦਾਰੀ ਦੀ ਪਰਖ ਆਪਾਂ ਵੇਖ ਚੁੱਕੇ ਹਾਂ। ਹੁਣ ਸੱਚੇ ਦਰ ਦਾ ਆਸਰਾ ਹੈ। ਤੇ ਜਦੋਂ ਕਿਤੇ ਤੁਸੀਂ ਹੋ ਸਕਦਾ ਰਾਤ ਬਰਾਤੇ ਨਾ ਨੀਂਦ ਪੈਂਦੀ ਹੈ, ਨਾ ਭੁੱਖ, ਨਾ ਪਾਣੀ ਦੀ ਪਿਆਸ, ਨਾ ਕੁਝ, ਉਦੋਂ ਬੰਦਾ ਕਿਤੇ ਅੰਦਰੋਂ ਭਾਵਨਾ ਕਰਕੇ ਭਿੱਜੇ ਹੋਏ ਨੈਣਾ ਦੇ ਨਾਲ 2 ਸ਼ਬਦ ਵੀ ਬੋਲਦੇ, ਮਾਲਕ ਮਿਹਰ ਕਰ। ਉਹ 2 ਸ਼ਬਦ ਵੀ ਅਰਦਾਸ ਬਣ ਕੇ ਪ੍ਰਵਾਨ ਹੋ ਜਾਂਦੇ ਨੇ। ਕਿਉਂ? ਉਦੋਂ ਹਿਰਦਾ ਮਨ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ, ਭਿੱਜਿਆ ਹੁੰਦਾ ਹੈ। ਅਸਲ 'ਚ ਜਿਹੜੀ ਅਰਦਾਸ ਹੈ ਸ਼ਬਦਾਂ ਦੀ ਮੁਹਤਾਜ ਨਹੀਂ, ਅਰਦਾਸ ਹੈ ਹੀ ਭਾਵਨਾ ਦੀ ਖੇਡ ਹੈ। ਨਾਨੀ ਮਾਂ ਨੇ ਬੇਨਤੀ ਕੀਤੀ, ਕਹਿੰਦੀ ਮਾਲਕ ਜੀ ਤੂੰ ਇਸ ਜੇਠੇ ਬੱਚੇ ਤੇ ਬੜੀ ਕਿਰਪਾ ਕੀਤੀ ਹੈ। ਬੇਸ਼ੱਕ ਬਚਪਨ ਤੋਂ ਇਹਦੇ ਮਾਂ-ਬਾਪ ਵੀ ਲੈ ਲਏ, ਨਿੱਕੇ ਦੇ ਸਹਾਰੇ ਲੈ ਲਏ। ਉਹ ਉਮਰ ਜਿਹੜੀ ਖੇਡਣ ਦੀ, ਖਾਣ ਪੀਣ ਦੀ, ਪਹਿਨਣ ਦੀ, ਪੜ੍ਹਨ ਦੀ ਉਮਰ ਹੈ, ਉਸ ਉਮਰ ਦੇ ਵਿੱਚ ਇਸ ਲਾਲ ਨੇ ਸਿਰ ਤੇ ਛਾਬੜੀ ਚੁੱਕੇ ਮਿਹਨਤ ਮਜ਼ਦੂਰੀ ਕਰਦਾ ਹੈ, ਗਲੀਆਂ ਦੇ ਵਿੱਚ ਹੋਕੇ ਪਿਆ ਦਿੰਦਾ ਹੈ। ਪਰ ਕਮਾਲ ਦੀ ਗੱਲ, ਤੂੰ ਇਹਨੂੰ ਦਿਲ ਬਹੁਤ ਵੱਡਾ ਦਿੱਤਾ ਹੈ। ਜਿੱਥੋਂ ਤੱਕ ਮੈਂ ਸਮਝ ਸਕਦੀ ਹਾਂ, ਜੇਠੇ ਕੋਲ ਸਾਰੀ ਦੁਨੀਆ ਦਾ ਧਨ ਦੌਲਤ ਹੋਵੇ, ਲੋੜ ਪੈਣ ਤੇ ਉਹ ਵੀ ਸਾਰੇ ਲੋੜਵੰਦਾਂ ਵਿੱਚ ਵੰਡਦਾ ਹੈ। ਪਰ ਮੈਂ ਹੈਰਾਨ ਹਾਂ, ਤੂੰ ਜੇਠੇ ਨੂੰ ਦਿਲ ਬਹੁਤ ਵੱਡਾ ਦਿੱਤਾ ਹੈ, ਪਰ ਇਹਨੂੰ ਵੰਡਣ ਵਾਸਤੇ ਦਿੱਤਾ ਕੁਝ ਨਹੀਂ, ਇਹਦੇ ਹੱਥ ਖਾਲੀ ਕਿਉਂ ਨੇ? ਜੇ ਇਹਨੂੰ ਦਿਲ ਵੱਡਾ ਦਿੱਤਾ ਹੈ, ਦਿਲ ਵੰਡਣ ਵਾਲਾ ਦਿੱਤਾ ਹੈ, ਫਿਰ ਮੈਂ ਬੇਨਤੀ ਕਰਦੀ ਹਾਂ ਇਹਨੂੰ ਵੰਡਣ ਵਾਲੀ ਦਾਤ ਨਾਲ ਵੀ ਨਿਵਾਜ। ਬਸ ਨਾਨੀ ਮਾਂ ਦੀ ਅਰਦਾਸ ਕਿਤੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਈ। ਹੁਣ ਸੋਚ ਕੇ ਦੇਖੋ ਸਾਧ ਸੰਗਤ, ਇੱਕ ਉਹ ਸਮਾਂ ਜਿਸ ਵਕਤ ਮਾਤਾ ਪਿਤਾ ਚੜ੍ਹਾਈ ਕਰ ਗਏ, ਲੋਕਾਂ ਨੇ ਹੱਥ ਪਿੱਛੇ ਖਿੱਚ ਲਏ ਕਿ ਕੌਣ ਇਹਨੂੰ ਪਾਲੇਗਾ, ਕੌਣ ਸੰਭਾਲੇਗਾ, ਕੀ ਪਤਾ ਵੱਡਾ ਹੋ ਕੇ ਕਿੱਧਰ ਚਲੇ ਜਾਏ, ਕੌਣ ਇਹਦੇ ਨਾਲ ਧੀ ਵਿਆਹੇਗਾ, ਕੌਣ ਇਹਨੂੰ ਰੋਜ਼ੀ ਰੋਟੀ ਦੇਗਾ। ਕਮਾਲ ਦੀ ਗੱਲ, ਅੱਜ ਸੰਸਾਰ ਦੇਖ ਰਿਹਾ ਹੈ, ਜਿਸ ਜੇਠਾ ਜੀ ਨੂੰ ਬਚਪਨ ਦੇ ਵਿੱਚ 2 ਰੋਟੀਆਂ ਦੇਣ ਤੋਂ ਰਿਸ਼ਤੇਦਾਰਾਂ ਨੇ ਹੱਥ ਪਿੱਛੇ ਖਿੱਚ ਲਏ, ਅੱਜ 1 ਲੱਖ ਬੰਦਾ ਰੋਜ਼ ਉਸ ਜੇਠਾ ਜੀ ਦੇ ਦਰ ਤੇ ਲੰਗਰ ਛਕਦਾ ਹੈ।
जिस जेठा जी ਨੂੰ ਲੋਕਾਂ ਨੇ ਇਹ ਗੱਲਾਂ ਕਹੀਆਂ ਕਿ ਕੌਣ ਇਹਦੇ ਨਾਲ ਧੀ ਵਿਆਹੇਗਾ, ਕਮਾਲ ਦੀ ਗੱਲ ਅੱਜ ਪੂਰੀ ਕੌਮ ਦਾ ਆਨੰਦ ਕਾਰਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਲਾਵਾਂ ਦੀ ਬਾਣੀ ਪੜ੍ਹ ਕੇ ਹੁੰਦੇ ਨੇ। ਕਿੱਡੀ ਵੱਡੀ ਬਖਸ਼ਿਸ਼ ਹੈ। ਜੇ ਮਾਲਿਕ ਨੇ ਲਿਆ ਤੇ ਕਮਾਲ ਦੀ ਗੱਲ ਉਹਨੇ ਦਿੱਤਾ ਕਈ ਹਜ਼ਾਰਾਂ ਲੱਖਾਂ ਗੁਣਾ ਵੱਧ ਕੇ ਹੈ। ਜਿਹੜੇ ਲੋਕਾਂ ਨੇ ਗੱਲਾਂ ਕੀਤੀਆਂ ਇਹਨੂੰ ਕੌਣ ਪਾਲੇ, ਕੌਣ ਸੰਭਾਲੇ, ਕੌਣ ਇਹਨੂੰ ਸਹਾਰਾ ਦੇ, ਹੱਦ ਹੋ ਗਈ ਹੈਰਾਨਗੀ ਦੀ। ਅੱਜ ਦੁਨੀਆ ਉਸ ਘਰ ਦੇ ਵਿੱਚ ਸਹਾਰਾ ਲੱਭਦੀ ਹੈ। ਉੱਥੇ ਜਾ ਕੇ ਕਹਿੰਦੇ ਨੇ ਗੁਰੂ ਰਾਮਦਾਸ ਰੱਖੋ ਸ਼ਰਣਾਈ, ਆਪਣੀ ਸ਼ਰਨ 'ਚ ਰੱਖ ਲਓ, ਕਿਤੇ ਤੇਰੇ ਚਰਨਾਂ ਨਾਲ ਸਾਡੀ ਸੁਰਤ ਜੁੜ ਜਾਏ। ਮੈਂ ਫਿਰ ਬੇਨਤੀ ਕਰਾਂ, ਹਰ ਦੁੱਖ ਤੁਹਾਨੂੰ ਸੁੱਖ ਤੱਕ ਲੈ ਕੇ ਜਾਏਗਾ, ਪਰ ਮਹਾਰਾਜ ਕਹਿੰਦੇ ਬਹੁਤੇ ਸੁੱਖ ਆ ਗਏ ਸੱਚ ਜਾਣੀ ਸੁੱਖਾਂ ਨੇ ਰੋਗ ਬਣ ਜਾਣਾ ਹੈ। ਸੁੱਖਾਂ ਦੇ ਵਿੱਚ ਤੇ ਬੰਦਾ 9-9 ਵਜੇ ਨਹੀਂ ਉੱਠਦਾ ਜੀ, ਦੁੱਖਾਂ 'ਚ ਬੰਦਾ ਸਾਰੀ ਰਾਤ ਗੁਰੂ ਗੁਰੂ ਜਪੀ ਜਾਂਦਾ ਹੈ। ਆ ਪੁਰਾਣੇ ਸਮੇਂ 'ਚ ਅਸੀਂ ਜਦੋਂ ਘਰ ਵੱਡੇ ਖੁੱਲੇ ਹੁੰਦੇ ਸਨ, ਲੋਕਾਂ ਨੇ 4-4:30 ਉੱਠ ਜਾਇਆ ਕਰਨਾ, 5 ਵਜੇ ਨੂੰ ਤੇ ਗੁਰੂ ਘਰ ਪਹੁੰਚ ਜਾਂਦੇ ਸਨ, 6 ਵਜੇ ਨੂੰ ਲੰਗਰ ਪ੍ਰਕਾਸ਼ ਕਾ ਕੇ ਕੰਮਾਂ ਤੇ ਪਹੁੰਚ ਜਾਣਾ। ਤੇ ਹੁਣ ਕੀ ਹੁੰਦਾ, ਹੁਣ ਅਟੈਚ ਵਾਸ਼ਰੂਮ ਬਣ ਗਏ, 9-9 ਵਜੇ ਤੱਕ ਉੱਠਦੇ ਹੀ ਨਹੀਂ, ਆਖੋ ਸਤਨਾਮ ਸ਼੍ਰੀ। ਪ੍ਰਾਈਵੇਸੀ ਹੋ ਗਈ, 12-12 ਵਜੇ ਤੱਕ ਮੋਬਾਈਲਾਂ ਤੇ ਬੈਠੇ ਰਹਿੰਦੇ ਆ। ਫੇਸਬੁੱਕ ਜੋ ਕਲੇਸ਼ ਬੁੱਕ ਬਣੀ ਪਈ ਹੈ, ਇਹ ਕਲੇਸ਼ ਬੁੱਕ ਨੇ ਸਾਡੇ ਅੰਦਰ ਕਲੇਸ਼ ਪੈਦਾ ਕਰ ਦਿੱਤਾ। ਸਾਡਾ ਸੁੱਖ ਚੈਨ ਸ਼ਾਂਤੀ ਸਭ ਇਹਨੇ ਖਤਮ ਕਰਕੇ ਰੱਖ ਦਿੱਤਾ। ਅਸੀਂ ਜਿੱਥੋਂ ਸੁੱਖ ਸ਼ਾਂਤੀ ਚੈਨ ਮਿਲਣੀ ਸੀ ਉਹ ਤੇ ਅਸੀਂ ਸਹਾਰਾ ਹੀ ਛੱਡ ਦਿੱਤਾ। ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਹੁਣ ਕੌਣ ਬਾਣੀ ਸੁਣਦਾ ਹੈ? ਹੁਣ ਤੇ ਲੋਕ ਗਾਣੇ ਸੁਣਦੇ ਆ ਨਾ, ਗੀਤ ਸੁਣਦੇ ਨੇ, YouTube Facebook ਅਸੀਂ 24 ਘੰਟੇ ਘੁਮਾ ਕੇ ਰੱਖਦੇ ਹਾਂ। ਕਾਰਨ ਕੀ ਹੈ? ਕਿਉਂਕਿ ਸਾਡੇ ਮਨ ਦੇ ਵਿੱਚ ਮਾਇਆ ਦਾ ਰਸ ਜ਼ਿਆਦਾ ਵੱਧ ਗਿਆ, ਗੁਰੂ ਦੇ ਸ਼ਬਦ ਦਾ ਰਸ ਘਟ ਗਿਆ। ਗੁਰੂ ਸ਼ਬਦ ਨਾਲੋਂ ਪਿਆਰ ਟੁੱਟਦਾ ਜਾ ਰਿਹਾ। ਦਾਤਾ ਮਿਹਰ ਕਰੇ ਕਿਤੇ ਇਹ ਪਿਆਰ, ਇਹ ਪ੍ਰੀਤ ਸਾਡੀ ਬਣ ਆਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਪ ਨੂੰ ਉਸ ਉਮਰ ਦੇ ਵਿੱਚ ਸੰਭਾਲਿਆ ਜਿਸ ਉਮਰ ਦੇ ਵਿੱਚ ਬਲਕਿ ਉਸ ਬੱਚੇ ਨੂੰ ਸਾਂਭਣਾ ਪੈਂਦਾ। ਬਾਸਰਕੇ ਦੇ ਵਿੱਚ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਰਹਿੰਦੇ ਨੇ। ਗੁਰੂ ਅਮਰਦਾਸ ਜੀ ਦਾ ਪਿੰਡ ਬਾਸਰਕੇ ਹੈ। ਉਸ ਵੇਲੇ ਤੀਜੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਫਿਰ ਨਾਨੀ ਮਾਂ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਜੇਠੇ ਨੂੰ ਛੱਡ ਆਈ ਕਿ ਸਤਿਗੁਰੂ ਇਹ ਬੱਚਾ ਤੁਹਾਡਾ ਹੈ, ਹੁਣ ਇਹਨੂੰ ਤੁਸੀਂ ਸੰਭਾਲੋ, ਤੁਸੀਂ ਪਾਲੋ, ਇਹਦੇ ਮਾਂ ਵੀ ਤੁਸੀਂ, ਪਿਓ ਵੀ ਤੁਸੀਂ, ਇਹਦੇ ਗੁਰੂ ਵੀ ਤੁਸੀਂ, ਇਹਦੇ ਰੱਬ ਵੀ ਤੁਸੀਂ। ਇਹਨੂੰ ਸਮਝੋ ਹੁਣ ਇੱਥੇ ਭਾਵ ਕੀ ਮਿਲਦਾ ਹੈ, ਇਹਦਾ ਸੰਕੇਤ ਕੀ ਹੈ, ਇਹ ਗੱਲ ਕਿੱਧਰ ਜਾਂਦੀ। ਜਦੋਂ ਸਾਨੂੰ ਇਹ ਲੱਗੇ ਵੀ ਸੱਚੇ ਪਾਤਸ਼ਾਹ ਮੇਰਾ ਤੇ ਰਿਹਾ ਕੋਈ ਨਹੀਂ, ਮੇਰਾ ਅੱਜ ਕੋਈ ਰਿਸ਼ਤੇਦਾਰ ਨਹੀਂ, ਕੋਈ ਭੈਣ ਭਰਾ ਨਹੀਂ, ਕੋਈ ਸਹਾਰਾ ਨਹੀਂ, ਮੈਂ ਖਾਲੀ ਹੋ ਗਿਆ, ਅਨਾਥ ਹੋ ਗਿਆ। ਕਈ ਵਾਰੀ ਇਹ ਜ਼ਰੂਰੀ ਨਹੀਂ ਬੰਦਾ ਮਰ ਕੇ ਹੀ ਅਨਾਥ ਹੋਵੇ ਜਾਂ ਜਿਸ ਦੇ ਸਿਰ ਤੋਂ ਬੰਦੇ ਦੀ ਕੋਈ ਸਾਇਆ ਚਲਾ ਜਾਏ ਉਹਦੇ ਅਨਾਥ ਹੋਵੇ। ਕਈ ਵਾਰੀ ਜਿਉਂਦੇ ਜੀ ਰਿਸ਼ਤਿਆਂ ਦੇ ਹੁੰਦਿਆਂ ਵੀ ਬੰਦਾ ਅਨਾਥ ਹੋ ਜਾਂਦਾ ਹੈ। ਜਦੋਂ ਲੋਕ ਬੁਲਾਉਣਾ ਛੱਡ ਦੇਣ, ਹੱਥ ਪਿੱਛੋਂ ਖਿੱਚ ਲੈਣ, ਉਹ ਵੀ ਤੇ ਅਨਾਥ ਹੀ ਹੁੰਦੇ ਨੇ। ਇਹਦਾ ਭਾਵ ਕੀ ਹੈ? ਹੁਣ ਮਹਾਰਾਜ ਕਹਿੰਦੇ ਉਦੋਂ ਵੀ ਜੇ ਤੂੰ ਸੱਚੇ ਗੁਰੂ ਨਾਲ ਜੁੜ ਜਾਏ, ਮਾਲਕ ਸਾਰੇ ਰਿਸ਼ਤੇ ਨਿਭਾਏਗਾ, ਫਰਜ਼ ਨਿਭਾਏਗਾ, ਤੇਰੀ ਪਰਵਰਿਸ਼ ਕਰੇਗਾ, ਪਾਲੇਗਾ, ਸੰਭਾਲੇਗਾ, ਤੇ ਲੋੜ ਪਈ ਤੇਰੀ ਸੇਵਾ ਭਾਵਨਾ ਫਲੀ ਭੂਤ ਤੈਨੂੰ ਆਪਣਾ ਰੂਪ ਵੀ ਬਣਾ ਲਏਗਾ। ਉਸ ਦਰ ਤੇ ਜਾ ਕੇ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੇਠਾ ਜੀ ਨੇ ਜਿਹੜੀ ਸੇਵਾ ਕੀਤੀ, ਅਣਥੱਕ ਘਾਲਣਾ ਘਾਲੀ, ਕਮਾਲ ਦੀ ਗੱਲ ਉਹਨੇ ਪੂਰਨੇ ਪਾ ਦਿੱਤੇ। ਜੇਠਾ ਜੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਤਨੀ ਕੁ ਲਿਆਕਤ ਦੇਖ ਲਈ ਸੀ ਵੀ ਜੇਠਾ ਜੀ ਕੋਲ ਰੱਬੀ ਕੁਦਰਤੀ ਸਿਆਣਪ ਬਹੁਤ ਜ਼ਿਆਦਾ ਹੈ। ਮਾਲਕ ਦੀ ਬੜੀ ਮਿਹਰ ਹੈ, ਹਿਰਦਾ ਬੜਾ ਟਰੰਮੇ ਵਾਲਾ, ਨਿਮਰਤਾ ਬੜੀ ਭਰੀ ਹੈ ਤੇ ਰੱਬੀ ਗਿਆਨ ਨਾਲ ਹਿਰਦਾ ਭਰਪੂਰ ਹੈ। ਇੱਕ ਵਾਰ ਕਹਿੰਦੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕੁਝ ਗੁਰੂ ਘਰ ਦੇ ਵਿਰੋਧੀਆਂ ਨੇ ਚੁਗਲੀ ਖਾਧੀ ਕਿ ਜੀ ਇਹ ਗੁਰੂ ਘਰ ਦਾ ਜਿਹੜਾ ਹੈ ਇਹ ਤੇ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਨੇ, ਇਹ ਜਾਤ ਪਾਤ ਨਹੀਂ ਮੰਨਦੇ, ਛੂਤ ਛਾਤ ਨਹੀਂ ਮੰਨਦੇ, ਇਹ ਕਰਮ ਕਾਂਡ ਨਹੀਂ ਮੰਨਦੇ, ਇਹ ਕੁਝ ਹੋਰ ਇੱਕ ਗੱਲਾਂ ਕਰੀ ਜਾਂਦੇ ਨੇ, ਬੋਲੀ ਜਾਂਦੇ ਨੇ। ਅਕਬਰ ਬਾਦਸ਼ਾਹ ਫਰਾਖ ਦਿਲ ਬੰਦਾ ਸੀ, ਸੌੜੀ ਸੋਚ ਵਾਲਾ ਨਹੀਂ ਸੀ। ਉਹ ਗੁਰੂ ਘਰ ਦਾ ਸਤਿਕਾਰ ਕਰਦਾ ਸੀ। ਉਹਨੇ ਸੋਚਿਆ ਵੀ ਇਹਨਾਂ ਨੇ ਗੱਲ ਕਹੀ ਹੈ, ਜੇ ਮੈਂ ਆਪਣੇ ਤੌਰ ਤੇ ਜਵਾਬ ਦਿੱਤਾ ਗੱਲ ਨਹੀਂ ਬਣਨੀ। ਉਹਨੇ ਗੁਰੂ ਅਮਰਦਾਸ ਜੀ ਕੋਲ ਸੱਦਾ ਭੇਜਿਆ। ਕਹਿਣ ਲੱਗੇ ਮਹਾਰਾਜ ਕੁਝ ਸ਼ੰਕੇ ਨੇ, ਨਿਵਰਤ ਕਰਨੇ ਨੇ, ਤੁਸੀਂ ਆਪ ਆ ਜਾਓ ਜਾਂ ਕਿਸੇ ਆਪਣੇ ਸਿੱਖ ਨੂੰ ਭੇਜ ਦਿਓ। ਤੀਜੇ ਪਾਤਸ਼ਾਹ ਨੇ ਉਦੋਂ ਭੇਜਿਆ ਤੇ ਭਾਈ ਜੇਠਾ ਜੀ ਨੂੰ ਭੇਜਿਆ। ਕਹਿੰਦੇ ਜੇਠਿਆ ਸੇਵਾ ਬੜੀ ਵੱਡੀ ਲੱਗੀ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਸੁਰਤ ਜੋੜ ਕੇ ਰੱਖੀ, ਮਾਲਕ ਬੋੜੀ ਕਰੇਗਾ। ਉੱਥੇ ਕਈ ਤਰ੍ਹਾਂ ਦੇ ਸਵਾਲ ਜਵਾਬ ਹੋਏ। ਜੇਠਾ ਜੀ ਨੇ ਬੜੀ ਖੂਬਸੂਰਤੀ ਨਾਲ, ਬੜੀ ਦੂਰ ਅੰਦੇਸ਼ੀ ਤੇ ਸਿਆਣਪ ਨਾਲ ਐਸੇ ਉੱਤਰ ਦਿੱਤੇ, ਵਿਰੋਧੀਆਂ ਦੇ ਮੂੰਹ ਬੰਦ ਹੋ ਗਏ। ਅਕਬਰ ਬਾਦਸ਼ਾਹ ਨੂੰ ਵੀ ਬੜੀ ਖੁਸ਼ੀ ਹੋਈ। ਉਹਨੇ ਮਾਨ ਸਨਮਾਨ ਤੇ ਦੌਲਤ ਦੇ ਕੇ ਭੇਜਿਆ।
ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਦੋਂ ਹੀ ਅੰਦਾਜ਼ਾ ਲਾ ਲਿਆ ਸੀ, ਲੋੜ ਪੈਣ ਤੇ ਸਮਾਂ ਆਏਗਾ, ਇਹ ਜੇਠਾ ਹੀ ਇੱਕ ਦਿਨ ਗੁਰੂ ਨਾਨਕ ਦੇ ਘਰ ਦਾ ਵਾਰਿਸ ਵੀ ਬਣੇਗਾ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਜਦੋਂ ਲਾਹੌਰ ਭੇਜਿਆ ਨਾ, ਹੁਣ 2-3 ਦਿਨ ਬਾਅਦ ਵਾਪਸ ਆਉਣਾ ਸੀ, ਤੇ ਜੇਠਾ ਜੀ ਦੇ ਮਨ 'ਚ ਆਇਆ ਵੀ ਮਨਾ, ਗੁਰੂ ਤੋਂ ਦੂਰ ਆਇਆਂ ਨੂੰ, ਗੁਰੂ ਘਰ ਤੋਂ ਦੂਰ ਆਇਆਂ ਨੂੰ 5-7 ਦਿਨ ਹੋ ਗਏ ਨੇ, ਹਫ਼ਤੇ ਦਾ ਸਮਾਂ ਹੋ ਗਿਆ। ਹੁਣ ਸਤਿਗੁਰੂ ਜੀ ਕੋਲ ਵਾਪਸ ਜਾਣਾ ਕਿੰਨਾ ਚੰਗਾ ਹੋਵੇ ਜੇ ਮੈਂ ਆਪਣੇ ਗੁਰੂ ਲਈ ਕੁਝ ਭੇਟਾ ਲੈ ਕੇ ਜਾਵਾਂ। ਆਪਾਂ ਜਦੋਂ ਵੀ ਆਉਂਦੇ ਕੁਝ ਨਾ ਕੁਝ ਭੇਟ ਲੈ ਕੇ ਆਉਂਦੇ ਆ। ਇੱਕ ਕੱਪੜੇ ਦੀ ਦੁਕਾਨ ਤੇ ਗਏ, ਉੱਥੇ ਇੱਕ ਬੜਾ ਸੋਹਣਾ ਕੱਪੜਾ ਸੀ। ਮਨ ਹੀ ਮਨ ਖਿਆਲ ਬਣ ਗਿਆ ਵੀ ਮਨਾ, ਜੇ ਇਹ ਕੱਪੜੇ ਦਾ ਚੋਲਾ ਗੁਰੂ ਅਮਰਦਾਸ ਮਹਾਰਾਜ ਪਹਿਨਣ ਕਿੰਨਾ ਖੂਬਸੂਰਤ ਲੱਗੇ, ਸਤਿਗੁਰੂ ਦੀ ਕਿੰਨੀ ਸ਼ੋਭਾ ਹੋਵੇ, ਤੇ ਗੁਰੂ ਮਹਾਰਾਜ ਜੀ ਦੀ ਕੈਸੀ ਖੇਡ ਵਰਤੇ। ਜਦੋਂ ਰੇਟ ਪੁੱਛਿਆ ਤੇ ਰੇਟ ਜ਼ਿਆਦਾ ਸੀ। ਜੇਠਾ ਜੀ ਨੇ ਸੋਚਿਆ ਵੀ ਮਨਾ, ਤੇਰੇ ਕੋਲ ਤੇ ਇੰਨੇ ਪੈਸੇ ਹੈ ਨਹੀਂ, ਤੇਰੇ ਕੋਲ ਤੇ ਆਨਾ ਹੀ ਹੈ। ਵਸੋਂ ਬਾਹਰ ਹੋ ਗਏ, ਨਿਰਾਸ਼ ਹੋ ਗਏ। ਫਿਰ ਕਹਿੰਦੇ ਵੀ ਕੀ ਕੀਤਾ ਜਾਏ, ਤੁਰ ਪਏ। ਤੁਰੇ ਤੇ ਰਸਤੇ ਵਿੱਚ ਬੇਮੌਸਮੇ ਅੰਬ ਵਿਕਦੇ ਸੀ, ਬੇਮੌਸਮੇ। ਸੋਚਿਆ ਮਨਾ, ਚੱਲ ਹੋਰ ਕੁਝ ਨਹੀਂ, ਥੋੜੇ ਜਿਹੇ ਅੰਬ ਹੀ ਲੈ ਜਾ। ਅੰਬ ਲੈ ਲਏ। ਰਸਤਾ ਤੁਰ ਪੈਦਲ ਤੈਅ ਕਰਨਾ ਸੀ। ਸਮਾਂ ਵਧੇਕ ਹੋ ਗਿਆ, ਤੁਰਦਿਆਂ ਤੁਰਦਿਆਂ ਭੁੱਖ ਲੱਗ ਗਈ। ਹੁਣ ਮਨ ਦੇ ਵਿੱਚ ਖਿਆਲ ਆਇਆ ਵੀ ਪ੍ਰਸ਼ਾਦ ਤੇ ਗੁਰੂ ਸਾਹਿਬ ਵਾਸਤੇ ਲਿਆ, ਭੇਟਾ ਗੁਰੂ ਵਾਸਤੇ ਲਈਆ, ਪਰ ਇਸ ਟਾਈਮ ਮੇਰਾ ਭੁੱਖ ਨਾਲ ਬੁਰਾ ਹਾਲ ਹੈ, ਇਹ ਨਾ ਹੋਵੇ ਮੈਂ ਬਿਮਾਰ ਹੋ ਜਾ ਤੇ ਇੱਥੇ ਮੈਨੂੰ ਰੋਗ ਲੱਗ ਜਾਏ। ਗੁਰੂ ਨੇ ਫਿਰ ਵੀ ਨਾਰਾਜ਼ ਹੋਣਾ, ਕੀ ਕਰਾਂ। ਇਤਿਹਾਸਕਾਰ ਕਹਿੰਦੇ ਉੱਥੇ ਘਟਨਾ ਦੇਖੋ ਕੈਸੀ ਘਟੀ। ਦੇਖੋ ਇਹ ਤੋਂ ਸਮਝੋ ਭਾਵਨਾ ਨੂੰ। ਗੁਰੂ ਦੀ ਭੇਟਾ ਕਦੋਂ ਤੇ ਕਿਵੇਂ ਪ੍ਰਵਾਨ ਹੁੰਦੀ ਹੈ। ਇਹ ਠੀਕ ਹੈ ਵੀ ਜਦੋਂ ਅਸੀਂ ਗੁਰੂ ਸਾਹਿਬ ਦੇ ਦਰ ਤੇ ਚੀਜ਼, ਵਸਤੂ, ਪਦਾਰਥ ਲੈ ਆਉਂਦੇ ਹਾਂ, ਮੁਬਾਰਕ, ਪਰ ਮਹਾਰਾਜ ਕਹਿੰਦੇ ਜ਼ਰੂਰੀ ਨਹੀਂ ਇੱਥੇ ਹੀ ਪ੍ਰਵਾਨ ਹੋਵੇ, ਇਹ ਬਾਹਰ ਵੀ ਪ੍ਰਵਾਨ ਹੋ ਸਕਦੀ, ਉਹਦੀ ਤਰੀਕਾ ਤੇ ਜੁਗਤ ਹੋਣੀ ਚਾਹੀਦੀ ਹੈ। ਚੌਥੇ ਪਾਤਸ਼ਾਹ ਕਮਾਲ ਕਰਕੇ ਸਾਨੂੰ ਜੁਗਤ ਦੇ ਗਏ। ਹੁਣ ਮਨ ਹੀ ਮਨ ਕਿੰਨਾ ਕੁਝ ਸੋਚਿਆ, ਮਨ ਦੇ ਅੰਦਰ ਇੱਕ ਕਸ਼ਮਕਸ਼ ਜੀ ਚੱਲ ਪਈ ਵੀ ਕੀ ਕੀਤਾ ਜਾਏ, ਕੀ ਕੀਤਾ ਜਾਏ। ਭੁੱਖ ਵੀ ਲੱਭ ਗਿਆ, ਸਫ਼ਰ ਲੰਬਾ ਹੈ, ਪੈਸੇ ਹੋਰ ਵੀ ਕੋਈ ਨਹੀਂ। ਫਿਰ ਕਹਿੰਦੇ ਵੀ ਮਨਾ, ਇੱਕ ਕੰਮ ਕਰ, ਗੁਰੂ ਨੇ ਤੇ ਇਹ ਕਿਹਾ, ਮੈਂ ਜਿੰਨਾ ਕੁ ਗੁਰੂ ਨੂੰ ਪੜ੍ਹਿਆ, ਜਿੰਨਾ ਗੁਰੂ ਜੀ ਨੂੰ ਸੁਣਿਆ, ਜਿੰਨੀ ਬਾਣੀ ਪੜ੍ਹੀ ਸੁਣੀ ਹੈ, ਮੈਨੂੰ ਤਾਂ ਇਹ ਪਤਾ ਲੱਗਿਆ ਵੀ ਗੁਰੂ ਨੇ ਆਪਣੇ ਸਿੱਖ ਵਿੱਚ ਕੋਈ ਅੰਤਰ ਹੀ ਨਹੀਂ ਜਾਣਿਆ, ਕੋਈ ਅੰਤਰ ਨਹੀਂ ਜਾਣਿਆ। ਕਹਿੰਦੇ ਅਰਦਾਸ ਕੀਤੀ। ਹੁਣ ਅਰਦਾਸ ਦੇ ਵਿੱਚ ਇਹ ਬਚਨ ਆਖੇ, ਕਹਿਣ ਲੱਗੇ ਵੀ ਹੇ ਸਤਿਗੁਰ ਸੱਚੇ ਪਾਤਸ਼ਾਹ, ਤੇਰਾ ਸਿੱਖ, ਤੇਰਾ ਬੱਚਾ ਭੁੱਲਣਹਾਰ ਹੈ, ਭੇਟਾ ਤੇ ਮੈਂ ਤੁਹਾਡੇ ਵਾਸਤੇ ਲਈ ਹੈ, ਭੁੱਖ ਲੱਗੀ ਹੈ, ਤੇ ਹੁਣ ਕਿਰਪਾ ਕਰਿਓ, ਮੁੱਖ ਗੁਰੂ ਰਾਮ ਦਾ, ਗੁਰੂ ਮੁੱਖ ਜੇਠੇ ਦਾ ਹੈ, ਪਰ ਮੈਂ ਛਕਾਉਣ ਤੁਹਾਨੂੰ ਲੱਗਾ, ਛਕੇਗਾ ਜੇਠਾ, ਪਰ ਇਹਨੂੰ ਪ੍ਰਵਾਨ ਤੁਸੀਂ ਆਪਣੇ ਚਰਨਾਂ 'ਚ ਕਰ ਲੈਣਾ। ਇਹਨੂੰ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਤੁਸੀਂ ਲੋੜਵੰਦ ਨੂੰ ਦੇ ਦਿੱਤਾ, ਗਰੀਬ ਨੂੰ ਦੇ ਦਿੱਤਾ। ਤੁਸੀਂ ਅਮਰੀਕਾ ਬੈਠੇ ਹੋ, ਕੈਨੇਡਾ ਬੈਠੇ ਹੋ, ਪਿੰਡ ਬੈਠੇ ਹੋ, ਸ਼ਹਿਰ ਬੈਠੇ ਹੋ, ਸੱਚੇ ਲੋੜਵੰਦ ਨੂੰ, ਕਿਸੇ ਗਰੀਬ ਗੁਰਬੇ ਨੂੰ ਤੁਸੀਂ ਕੁਝ ਵੀ ਦਸਵੰਧ ਦਾ, ਸੇਵਾ ਦਾ ਇੱਕ ਧੇਲਾ ਵੀ ਦੇ ਦਿਓਗੇ, ਉਹ ਵਾਕਈ ਸਿੱਧਾ ਗੁਰੂ ਦੇ ਦਰ ਤੇ ਪਹੁੰਚ ਜਾਂਦਾ ਹੈ। ਕਹਿੰਦੇ ਉਹ ਅਰਦਾਸ ਕਰਕੇ ਅੰਬ ਛਕ ਲਏ, ਦਰਬਾਰ 'ਚ ਪਹੁੰਚ ਗਏ। ਅੱਜ ਮੱਥਾ ਟੇਕਿਆ ਨਾ, ਦੂਰੋਂ ਮੱਥਾ ਟੇਕ ਕੇ ਪਿੱਛੇ ਹੀ ਬੈਠ ਗਏ, ਅੱਗੇ ਨਾ ਆਏ ਜੇਠਾ ਜੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਦੇਖ ਲਿਆ, ਦੀਵਾਨ ਸਮਾਪਤ ਹੋਇਆ। ਕਹਿੰਦੇ ਜੇਠੇ ਨੂੰ ਲਿਆਓ ਬੁਲਾ ਕੇ। ਬੁਲਾ ਲਿਆ। ਕਹਿੰਦੇ ਕੀ ਗੱਲ ਜੇਠਿਆ, ਨਾਰਾਜ਼ ਹੈ? ਕੀ ਗੱਲ ਹੋਈ ਹੈ? ਅੱਖਾਂ ਚੁੱਕੀਆਂ ਤੇ ਅੱਖਾਂ ਹੰਝੂਆਂ ਨਾਲ ਭਰ ਗਈਆਂ। ਕਹਿਣ ਲੱਗੇ ਮਹਾਰਾਜ, ਮੈਂ ਅੱਖਾਂ ਕਿਵੇਂ ਮਿਲਾਵਾਂ? ਮੈਂ ਤੁਹਾਡੇ ਵਾਸਤੇ ਜਿਹੜਾ ਕੱਪੜਾ ਵੇਖਿਆ ਸੀ, ਜਿਸ ਕੱਪੜੇ ਦਾ ਮੈਂ ਤੁਹਾਨੂੰ ਚੋਲਾ ਭੇਟ ਕਰਨਾ ਚਾਹੁੰਦਾ ਸਾਂ, ਪਰ ਕੀਮਤ ਨਹੀਂ ਸੀ ਦੇ ਸਕਦਾ, ਗਰੀਬੀ ਦਾਵਾ ਸੀ, ਪੱਲੇ ਕੁਝ ਵੀ ਨਹੀਂ ਸੀ, ਪਰ ਮੇਰੀ ਭਾਵਨਾ ਸੀ ਉਹ ਕੱਪੜਾ, ਉਹ ਚੋਲਾ, ਉਹ ਰੰਗ ਤੁਹਾਡੇ ਪਾਇਆ ਜਾਏ। ਕਮਾਲ ਦੀ ਗੱਲ, ਮੈਂ ਖਰੀਦ ਨਹੀਂ ਸਕਿਆ, ਪਰ ਤੁਸੀਂ ਤੇ ਉਹੀ ਰੰਗ, ਉਹੀ ਕੱਪੜਾ, ਉਹੀ ਚੋਲਾ ਪਾਈ ਬੈਠੇ ਹੋ, ਤੁਸੀਂ ਉਹੀ ਪਾਇਆ ਹੋਇਆ। ਮਹਾਰਾਜ ਹੱਸ ਪਏ, ਬੜੇ ਮੁਸਕਰਾਏ। ਕਹਿੰਦੇ ਜੇਠਿਆ, ਸਿੱਖੀ ਭਾਵਨਾ ਦੀ ਖੇਡ ਹੈ, ਤੂੰ ਕੱਪੜੇ ਦੀ ਗੱਲ ਛੱਡ। ਸਿੱਖ ਨੂੰ ਕਹਿਣ ਲੱਗੇ, ਸਿੱਖਾ ਇਹਨੂੰ ਗਿਟਕਾਂ ਵੀ ਲਿਆ ਦੇ, ਜਿਹੜੇ ਅੰਬ ਤੂੰ ਛਕੇ ਨੇ ਉਹਦੀਆਂ ਗਿਟਕਾਂ ਵੀ ਸਾਡੇ ਕੋਲ ਇੱਥੇ ਪਈਆਂ ਨੇ। ਆਖੋ ਸਤਨਾਮ। ਬਾਣੀ ਦੇ ਵਿੱਚ ਇੱਕ ਬਚਨ ਹੈ, ਮਹਾਰਾਜ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਕਹਿੰਦੇ ਸਤਿਗੁਰੂ ਉਦੋਂ ਪ੍ਰੀਤ ਕਰਦੇ ਨੇ, ਉਦੋਂ ਖੁਸ਼ ਹੁੰਦੇ ਨੇ, ਉਦੋਂ ਲਾਡ ਲਡਾਉਂਦੇ ਨੇ, ਜਦੋਂ ਤੁਸੀਂ ਕੋਈ ਪਦਾਰਥ ਕਿਸੇ ਗੁਰਸਿੱਖ ਦੇ ਮੁਖ ਦੇ ਵਿੱਚ ਪਾ ਦਿੰਦੇ ਹੋ। ਗੁਰੂ ਤੁਹਾਡੇ ਨਾਲ ਉਨੀ ਪ੍ਰੀਤ ਕਰਦਾ ਜਿੰਨੀ ਮਾਂ ਆਪਣੇ ਬੱਚੇ ਨੂੰ ਖੁਸ਼ ਦੇਖ ਕੇ ਪ੍ਰੀਤ ਕਰਦੀ। ਮਾਂ ਨੂੰ
कदी लालच नहीं हुंदा भी मैं खा ला मेरा पुੱਤ भुੱਖਾ रह जाए। माँ किन्नी भी गरीब होवे, कमज़ोर होवे, बीमार होवे, भुੱਖੀ होवे, प्यासी होवे, लाचार होवे, पर ਉਹਦੀ कोशिश यही रहती है मेरा पुੱਤ मेरी धी मेरे बच्चे छक लैण, मैं भावें भुੱਖੀ रह जा, बच्चे छक के खुश हो गए। माँ कहती है बेटा मैं भी रज गई, मैं तुहानूं देख के खुश हो गई। ये गुरु ने ये प्रीत की है साडे नाल। इस करके भी भरम नहीं भी इत्थे ही आपां जाणदे हां ना भी एक बार जदों भाई कट्टू जी वाली साखी दूजे पातशाह कहते महाराज शहद लैके आया बड़ा प्यारा। महाराज अगे जो रखिया ना गुरु साहब कहते थे बो मारदा शहद च कीड़े चल पे खराब हो गया। हुण शहद ऐसी वस्तु है जिहड़ा हज़ारां साल तक खराब नहीं हुंदा। महाराज कहते तेरा शहद खराब हो गया, हद हो गया। कहता महाराज ये तो हो ही नहीं सकता। जदों देखिया विच कीड़े चलन बोग मारे, कहता पातशाह कमाल है ते जग्गों तेर भी। कहता भी कारण की है सतगुरु समझ नहीं आ रहा। महाराज जी कहते कारण यह है जदों रात नूं तुसीं इधर आना सी, तुहानूं रस्ते च रात पई, एक सिख नूं जोर दी खंघ लग गई, खांसी लग गई। उन्हें कहा भी मैनूं थोड़ा जिहा अदरक शहद दे दिओ, मेरा गला ठीक हो जाएगा। तू क्या नहीं देना, मैं ते गुरु नूं देना, झूठा हो जाएगा। महाराज कहते भलिया उस सिख विच गुरु ते सी, तू की सिख विच गुरु नहीं वेख सकिया। गुरसिखां अंदर सतगुर वरत है, हर सिख के अंदर गुरु वरतदा है। हुण मुश्किल ये भी साडे कोल अखां ही नहीं जड़ियां देख सकन। असीं शरीर देखदे हां, चोले देखदे हां, कपड़े देखदे हां, भावना आपां भी कोई नहीं वेखदे। ये चौथे पातशाह ने भावना वेखी। खैर महाराज प्रसन्न होए। फिर सतगुरु ने देखिया भी समा आउण वाला है। एक परचा अजीब जिहा पा दिता। जेठा जी गुरु अमरदास महाराज जी दे जमाई भी बने। एक जग्गों 13वीं गल है, बड़ी अनोखी गल। इनू कहते ने दुनियाई आखे के क्यों हो रहे हो गंग बहाई है। दुनियाई आखे के एक नवी गंगा, उल्टी गंगा बहा देनी। सेवक नू अपना जमाई बना लेना, और वह भी उस वेले जदों उहदे परिवार का कुछ नहीं पता, उहदा खानदान कोई नहीं, उन्हां कोल कामकार कोई नहीं, रोटी टुकड़ का प्रबंध कोई नहीं। गुरु अमरदास जी के घरों माता जी ने एक दिन आख्या, कहन लगे भी भानी वड्डी हो गई है, आनंद कारज करने, कोई योग वर लभो। महाराज कहते कैसा चाहिए? कहते जेठे वर्गा होवे। बौली साहब की सेवा चलती है, गोविंदवाल साहब, तो बड़ी भावना नाल जेठा जी सेवा च डटे हुए ने। तो जदों सेवा चलती, सेवा डटे, फिर महाराज कहते भी फिर जेठे वर्गा तो जेठा ही है, फिर ये नाल ही तोड़ देने। रिश्ता पक्का हो गया। जेठा जी ने बुलाया, कहन लगे जेठिया तेरे नाल अज गुरु ने एक होर रिश्ता कायम करना है। अज तू सेवक नहीं, अज तू इस घर का जमाई भी बनना है। अखां च नीर उतरिया, कहन लगे पातशाह इन्नी योग्यता मेरे विच नहीं। कहते तेरे विच है भावें नहीं, गुरु नानक दे विच योग्यता है। इत्थे ते कीड़ियां नूं भी पातशाहियां मिल जांदियां ने। जमाई बनाया, आनंद कारज हो गया। जेठा जी ने एक गल आखी, कहन लगे पातशाह बख्शिश तुसीं बड़ी वड्डी कीती है, हुण एक किरपा होर करियो, मेरे तो सेवा ना खोयो। हुण ये ना आखियो भी जेठा ते जमाई है, तू जमाइयां वांग बैठ, जमाइयां वांग रह। आपां नूं पता जी साडे खास तौर पर पंजाब की जां अपने नॉर्थ वाले एरिए की और रीत है भी जमाई भावें कहते ने मिट्टी का मध होवे, उन्होंने कख का धेले का पता ना होवे, अकल ना होवे, सहुरे घर विच वो भी राजियां वांग पूजिया जाता है। जमाई आ जाए ना, खास तौर पर जो नवा नवा ब्याह होया होवे, सारे परिवार नूं हत्थां पैरां दी आ जांदी, कित्थे बिठाईए, की खिलाईए, की पिलाईए, किवें सेवा करिए, कमी ना रह जाए, सारे थर थर कंबन लग जाते हैं। पर कमाल कर दी गुरु रामदास महाराज जी ने। उन्होंने दस्सिया जे जमाई होवे ते कैसा होवे। जमाई बनने वाले नौजवान बच्चे, तू जदों रिश्ते विच जुड़े, तू किसी दे सिर दा भार ना बन जाई। तेरे आउण नाल परिवार विच डर दा माहौल पैदा ना होवे, बल्कि तेरे आउण ते अंदर मन नूं खुशी होवे, प्यार पैदा होवे। लोकी ये कहने ते साडा पुत्तर आया है। उन्होंने जमाइयां वाली गल रखी कोई नहीं। कहंदे सेवा जारी रही, सोढी परिवारां तक खबर पहुंच गई भी साडा बच्चा जेठा जिहड़ा बचपन च अनाथ हो गया सी, जिहदी असीं बांह नहीं सी फड़ी, जिहदे हत्थ पिछे खिच लए, उत्ते गुरु नानक दे घर दे विच तीजे पातशाह दे जमाई बन के बह गया। अर एक बेनती होर करां, गुरु साहब दे समय तक दसों पातशाहियां जिस सरीरक रूप च मौजूद रहे, सतगुरु दे घर दे नाल रिश्ता जोड़ना हर बंदा बड़े माण ते फखर दी गल समझदा सी भी काश किते साडा रिश्ता इस घर नाल जुड़ जाए। और गुरु साहब ने जेड़े भी संसारी रिश्ते ने भावें है जोड़े, रिश्ते लए, आनंद कारज होए,
ਕਦੀ ਮਹਾਰਾਜ ਨੇ ਇਹ ਵੇਖ ਕੇ ਰਿਸ਼ਤਾ ਨਹੀਂ ਤੈਅ ਕੀਤਾ ਵੀ ਇਹਦਾ ਪਰਿਵਾਰ, ਇਹਦੀ ਕੁੱਲ, ਇਹਦੀ ਆਮਦਨ, ਇਹਦੀ ਖੇਤੀ, ਇਹਦੀ ਜ਼ਮੀਨ, ਇਹਦਾ ਕਾਰੋਬਾਰ ਕੀ ਹੈ। ਇਹ ਗੱਲਾਂ ਕਦੀ ਵਿਚਾਰੀਆਂ ਹੀ ਨਹੀਂ ਗਈਆਂ। ਕੇਵਲ ਇਹ ਵੇਖਿਆ ਮਾਂ ਬਾਪ ਦੀ ਭਾਵਨਾ ਕੀ ਹੈ, ਇਹਨਾਂ ਦੇ ਅੰਦਰ ਸਿੱਖੀ ਕਿੰਨੀ ਹੈ ਤੇ ਨਿਮਰਤਾ ਕਿੰਨੀ ਹੈ, ਇਹ ਗੁਰੂ ਘਰ ਨਾਲ ਕਿੰਨੀ ਕੁ ਨਿਭਾ ਪਾਉਣਗੇ। ਬਾਕੀ ਚੀਜ਼ਾਂ ਬੇਮਾਇਨੇ ਹੋ ਜਾਂਦੀਆਂ। ਅੱਜ ਮੈਂ ਇੱਕ ਬੇਨਤੀ ਕਰਦੇ ਹਾਂ, ਜੇਠਾ ਜੀ ਨੂੰ ਆਪਣਾ ਦਮਾਦ ਬਣਾਇਆ, ਬੀਬੀ ਭਾਨੀ ਜੀ ਦਾ ਆਨੰਦ ਕਾਰਜ ਹੋ ਗਿਆ। ਹੁਣ ਉੱਥੇ ਇਹ ਥੋੜਾ ਵੀ ਸਾਡੇ ਵਾਂਗ ਦਾਜ ਦਾ ਟਰੱਕ ਭਰ ਕੇ ਦੇ ਦਿੱਤਾ ਜੀ, 3-4 ਲੱਖ ਅਕਾਊਂਟ 'ਚ ਪਾ ਦਿੱਤਾ ਜੀ, ਤੇ ਉਹ ਤੋਂ ਬਾਅਦ ਵੀ ਪਤਾ ਲੱਗ ਰਿਹਾ ਮਹੀਨੇ ਬਾਅਦ ਦੋਵਾਂ ਦੀ ਫੇਰ ਖੜਕ ਗਈ। ਪੈਸੇ ਨੇ ਤੁਹਾਡੇ ਬੱਚੇ ਬੱਚੀ ਦਾ ਭਵਿੱਖ ਤੈਅ ਨਹੀਂ ਕਰਨਾ, ਨਾ ਤੁਹਾਡੇ ਬੱਚੇ ਬੱਚੀ ਦੀ ਜ਼ਿੰਦਗੀ ਦਾਜ ਨੇ ਨਹੀਂ ਸਵਾਰਨੀ, ਜ਼ਮੀਨਾਂ ਜਾਇਦਾਦਾਂ ਨੇ ਨਹੀਂ ਸਵਾਰਨੀ। ਤੁਸੀਂ ਕਾਰਾਂ ਦੇ ਦਿਓ, ਟਰੱਕ ਦੇ ਦਿਓ, ਜਹਾਜ਼ ਦੇ ਦਿਓ, ਜੇ ਬੱਚੇ ਨੂੰ ਸੰਸਕਾਰ ਨਾ ਦਿੱਤੇ, ਜੇ ਬੱਚਿਆਂ ਨੂੰ ਸਿੱਖੀ ਨਾ ਦਿੱਤੀ, ਭਾਵੇਂ ਸਾਰੀ ਦੁਨੀਆ ਦਾ ਪਦਾਰਥ ਪਾ ਦਿਓ, ਉਹਨਾਂ ਦੀ 1 ਮਹੀਨੇ ਤੋਂ ਵੱਧ ਨਹੀਂ ਨਿਭੇਗੀ। ਅੱਜ ਤੁਸੀਂ ਦੇਖੋ ਲੋਕ ਜੀ 25-25, 30-30, 50-50 ਲੱਖ, ਕਰੋੜ ਰੁਪਇਆ ਲਾ ਕੇ ਵਿਆਹ ਕਰ ਰਹੇ ਨੇ, ਤੇ ਤੀਜੇ ਮਹੀਨੇ ਤਲਾਕ ਹੋ ਰਹੇ ਨੇ, ਕੋਰਟ ਕਚਹਿਰੀਆਂ 'ਚ ਕੇਸ ਚੱਲਦੇ ਨੇ। ਪੈਸੇ ਨੇ ਕਿੱਥੋਂ ਰਿਸ਼ਤਾ ਬੰਨ੍ਹ ਕੇ ਰੱਖਣਾ ਹੈ? ਅਸੀਂ ਕਿਹੜੇ ਪਾਸੇ ਤੁਰ ਪਏ ਹਾਂ? ਸਪਸ਼ਟ ਹੈ, ਅਸੀਂ ਵੀ ਗੁਰੂ ਨਾਨਕ ਦੀ ਸਿੱਖੀ ਛੱਡ ਕੇ, ਗੁਰੂ ਜੀ ਦੀਆਂ ਸਿੱਖਿਆਵਾਂ ਛੱਡ ਕੇ ਅਸੀਂ ਵੀ ਦਿਖਾਵੇ ਵਾਲੇ ਪਾਸੇ ਤੁਰ ਪਏ। ਸਤਿਗੁਰੂ ਨੇ ਇੱਥੋਂ ਬਾਹਰ ਕੱਢਿਆ ਸੀ। ਮਹਾਰਾਜ ਕਹਿੰਦੇ ਰਿਸ਼ਤਾ ਸੰਸਕਾਰਾਂ ਨਾਲ ਚੱਲਣਾ ਹੈ। ਠੀਕ ਹੈ, ਜਿਸ ਦੇ ਵਿੱਚ ਸਮਰੱਥਾ ਹੈ ਦਵੇ, ਪਰ ਨਾਲ ਉਹਨੂੰ ਸੰਸਕਾਰ ਅਤੇ ਸਿੱਖੀ ਦੀ ਦਾਤ ਜ਼ਰੂਰ ਦਿਓ। ਉਹਨੂੰ ਜੇਠਾ ਜੀ ਦਾ ਜੀਵਨ ਪੜਾਓ। ਜੇ ਜਮਾਈ ਬਣਨਾ ਬੇਟਾ ਇਸ ਤਰ੍ਹਾਂ ਦਾ ਬਣੀ, ਮਾਣ ਨਾ ਹੋਵੇ, ਹੰਕਾਰ ਨਾ ਹੋਵੇ, ਤੇਰਾ ਦਿਲ ਪਿਆਰ ਨਾਲ ਭਰਿਆ ਹੋਵੇ। ਤੇ ਹੁਣ ਜਮਾਈ ਨੂੰ ਜਦੋਂ ਮਿਲਣ ਆਏ, ਹੁਣ ਸੋਚਦੇ ਸੀ ਵੀ ਜਮਾਈ ਆ ਜੇਠਾ ਸਾਡਾ ਗੁਰੂ ਨਾਨਕ ਦੇ ਘਰ ਦਾ ਐਡਾ ਵੱਡਾ, ਉਹ ਤੇ ਰਾਜਿਆਂ ਵਾਂਗ ਰਹਿੰਦਾ ਹੋਏਗਾ। ਤੇ ਜਦੋਂ ਗਏ ਤੇ ਕਹਿੰਦੇ ਜੀ ਜੇਠਾ ਜੀ ਨੂੰ ਮਿਲਣਾ ਹੈ। ਨੌਜਵਾਨ ਟੋਕਰੀ ਚੁੱਕੀ ਜਾ ਰਿਹਾ, ਉਹਨੇ ਮਿੱਟੀ ਝਾੜੀ, ਟੋਕਰੀ ਥੱਲੇ ਲਾਈ, ਕਹਿੰਦੇ ਜੀ ਦੱਸੋ ਮੈਂ ਹੀ ਜੇਠਾ। ਉਹ ਹੈਰਾਨ ਰਹਿ ਗਏ, ਸੋਢੀ ਪਰਿਵਾਰ ਦੇ ਹੁਣ ਸਾਰੇ ਤਾਏ ਚਾਚੇ ਰਿਸ਼ਤੇਦਾਰ। ਕਹਿੰਦੇ ਜੇਠਿਆ ਤੂੰ ਇੱਥੇ ਟੋਕਰੀਆਂ ਢੋਣਾ, ਤੂੰ ਲੇਬਰ ਕਰਦਾ ਹੈ, ਤੂੰ ਮਜ਼ਦੂਰੀ ਕਰਦਾ ਹੈ, ਤੂੰ ਇਸ ਘਰ ਦਾ ਜਮਾਈ ਹੈ, ਤੇਰਾ ਤੇ ਰਾਜਿਆਂ ਵਾਲਾ ਰੁਤਬਾ ਹੋਣਾ ਚਾਹੀਦਾ ਹੈ। ਹੁਣ ਸਿੱਖੀ ਦੀ ਭਾਵਨਾ ਕਿੱਥੋਂ ਆਵੇ ਅੰਦਰ? ਉਹ ਸੰਸਾਰੀ ਰੁਤਬਿਆਂ ਮਰਾਤਬਿਆਂ ਵਾਲੇ, ਸੰਸਾਰੀ ਚੌਧਰ ਵਾਲੇ ਲੋਕ ਇੱਕਦਮ ਤੱਤੇ ਹੋ ਗਏ। ਗੁਰੂ ਅਮਰਦਾਸ ਜੀ ਕੋਲ ਚਲੇ ਗਏ, ਅਵਾ ਤਵਾ ਬੋਲਣ ਲੱਗੇ। ਕਹਿੰਦੇ ਅਮਰਦਾਸ ਜੀ ਤੁਸੀਂ ਚੰਗੀ ਨਹੀਂ ਕੀਤੀ, ਸਾਡੇ ਪੁੱਤ ਨੂੰ ਤੁਸੀਂ ਜਮਾਈ ਬਣਾਇਆ ਤੇ ਕੰਮ ਨੌਕਰਾਂ ਵਾਲਾ ਲੈ ਰਹੇ ਹੋ। ਸਿਰ ਤੇ ਟੋਕਰੀ ਚੁਕਾ ਦਿੱਤੀ ਹੈ, ਮਿੱਟੀ ਨਾਲ ਸਰੀਰ ਭਰਿਆ ਪਿਆ, ਕੱਪੜੇ ਲਿਬੜੇ ਪਏ ਨੇ, ਹੱਦ ਹੋ ਗਈ। ਇਹ ਸਤਿਕਾਰ ਹੁੰਦਾ ਜਮਾਈ ਦਾ? ਜੇਠਾ ਜੀ ਵੀ ਪਹੁੰਚ ਗਏ, ਕਹਿਣ ਲੱਗੇ ਮਹਾਰਾਜ ਸਭ ਤੋਂ ਪਹਿਲਾਂ ਕਹਿੰਦੇ ਸਤਿਗੁਰੂ ਇਹਨਾਂ ਨੂੰ ਬਖਸ਼ ਲਓ, ਇਹ ਨਹੀਂ ਜਾਣਦੇ ਕੀ ਅਵਾ ਤਵਾ ਬੋਲ ਰਹੇ ਨੇ, ਇਹਨਾਂ ਕੋਲੋਂ ਮਤ ਨਹੀਂ, ਸਮਤ ਨਹੀਂ, ਸਮਝ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਗੱਲ ਕੀ ਕਰਨੀ ਹੈ ਤੇ ਕਿਹਦੇ ਨਾਲ ਕਰਨੀ ਹੈ। ਇਹਨਾਂ ਨੂੰ ਬਖਸ਼ ਦਿਓ, ਇਹਨਾਂ ਨੂੰ ਬਖਸ਼ ਦਿਓ। ਕਿਉਂਕਿ ਮੈਨੂੰ ਪਤਾ ਹੈ, ਮੈਂ ਇਮਾਨਦਾਰੀ ਨਾਲ ਕਹਿ ਸਕਦਾ, ਅਗਰ ਇਹਨਾਂ ਨੂੰ ਪਤਾ ਲੱਗ ਜਾਏ ਇਸ ਟੋਕਰੀ ਦੀ ਕੀ ਬਖਸ਼ਿਸ਼ ਹੈ, ਸੱਚ ਜਾਣਦਾ ਇਹ ਵੀ ਹੁਣੇ ਨਾਲ ਮੇਰੇ ਨਾਲ ਰਲ ਕੇ ਹੁਣੇ ਟੋਕਰੀ ਢੋਣ ਲੱਗ ਪੈਣਗੇ। ਅੱਜ ਜਿਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇ ਘਰ ਦੀ ਵਡਿਆਈ ਨਹੀਂ ਨਾ ਪਤਾ, ਸੇਵਾ ਦਾ ਮਹੱਤਵ ਨਹੀਂ ਪਤਾ, ਬਾਣੀ ਦਾ ਮਹੱਤਵ ਨਹੀਂ ਪਤਾ, ਉਹ ਬੜੀ ਊਟ-ਪਟਾਂਗ ਗੱਲਾਂ ਕਰੀ ਜਾਂਦੀ ਹੈ ਦੁਨੀਆ। ਪਰ ਜਿਨ੍ਹਾਂ ਨੂੰ ਪਤਾ, ਫਿਰ ਦੇਖੋ ਕਦੀ ਦਿੱਲੀ ਦੇ ਵਿੱਚ ਸੀਸਗੰਜ ਸਾਹਿਬ, ਬੰਗਲਾ ਸਾਹਿਬ ਜਾ ਕੇ ਕਰੋੜਾਂਪਤੀ ਬੰਦੇ 5-5 ਕਰੋੜ ਦੀ ਗੱਡੀ 'ਚ ਉਤਰਦੇ ਆ, ਸਿੱਧੇ ਹੀ ਜੋੜੇ ਘਰ ਦੇ ਵਿੱਚ। ਕੋਈ ਭਾਂਡੇ ਮਾਂਜ ਰਿਹਾ, ਹੱਥਾਂ ਦੇ ਨਾਲ ਸੇਵਾ ਕਰ ਰਹੇ ਨੇ, ਟਾਇਲਟ ਸਾਫ਼ ਕਰ ਰਹੇ ਨੇ, ਵਾਸ਼ਰੂਮਾਂ 'ਚ ਲੱਗੇ ਹੋਏ ਨੇ। ਜਿਹਨੂੰ ਸੇਵਾ ਦਾ ਮਹੱਤਵ ਪਤਾ ਲੱਗ ਗਿਆ, ਨਹੀਂ ਮੇਰੇ ਵਰਗਾ ਤਾਂ ਕਈ ਵਾਰੀ ਨੱਕ ਬੰਦ ਕਰਕੇ ਲੰਘ ਜਾਂਦਾ ਹੈ। ਸਿੱਖੀ ਕਮਾਉਣੀ ਬੜੀ ਔਖੀ ਹੈ। ਦਾਤਾ ਮਿਹਰ ਕਰੇ, ਸਤਿਗੁਰੂ ਜੀ ਨੇ ਵਡਿਆਈ ਕੀਤੀ। ਉਸ ਤੋਂ ਬਾਅਦ ਫਿਰ ਮਹਾਰਾਜ ਨੇ ਇੱਕ ਪ੍ਰੀਖਿਆ ਲਈ, ਕਹਿੰਦੇ ਸਮਾਂ ਆ ਗਿਆ। ਜੇਠਾ ਜੀ ਤੇ ਰਾਮਾ ਜੀ ਦੋਵੇਂ ਜਵਾਈ ਨੇ। ਮਹਾਰਾਜ ਕਹਿੰਦੇ ਥੜੇ ਬਣਾਓ। ਥੜੇ ਬਣਾ ਦਿੱਤੇ ਜੀ। ਸ਼ਾਮ ਨੂੰ ਗੁਰੂ ਅਮਰਦਾਸ ਜੀ ਕਹਿੰਦੇ ਵੀ ਢਾਹ ਦਿਓ, ਪਸੰਦ ਨਹੀਂ ਆਏ। ਇਤਿਹਾਸਕਾਰ ਕਹਿੰਦੇ 5 ਦਿਨ ਇਹ ਪ੍ਰੀਖਿਆ ਚੱਲੀ, 5 ਦਿਨ ਥੜੇ ਬਣਾਉਂਦੇ ਸਨ ਦੋਵੇਂ ਜਮਾਈ, ਰਾਮਾ ਜੀ ਤੇ ਜੇਠਾ ਜੀ। ਤੇ ਗੁਰੂ ਅਮਰਦਾਸ ਜੀ ਸਵੇਰੇ ਕਹਿ ਜਾਂਦੇ ਸਨ, ਸ਼ਾਮ ਨੂੰ ਕਹਿੰਦੇ ਢਾਹ ਦਿਓ, ਕਹਿੰਦੇ ਸਹੀ ਨਹੀਂ ਬਣੇ। ਹੁਣ ਆਪਾਂ ਵੀ ਸੰਸਾਰੀ ਬੰਦੇ ਹਾਂ। ਅੱਜ ਕੱਲ੍ਹ ਤੇ ਦੂਜੀ ਤੀਜੀ ਵਾਰ ਕੰਮ ਕਹਿੰਦੇ ਬੰਦਾ ਵੈਸੇ ਹੀ ਕਲਪ ਜਾਂਦਾ ਹੈ। ਕਿਉਂਕਿ ਦੇਖੋ ਨਾ, ਇਹਨੂੰ ਕਹਿੰਦੇ ਅੰਦਰੋਂ ਅਸੀਂ ਕਿੰਨੇ ਤਪੇ ਹੋਏ ਹਾਂ, ਕਿੰਨੇ ਸੜੇ ਹੋਏ ਹਾਂ, ਕਿੰਨਾ ਸਾਡਾ ਮਨ ਭਟਕਿਆ ਹੋਇਆ। ਸ਼ਾਂਤੀ, ਸਹਿਜ, ਟਿਕਾ, ਆਨੰਦ ਵਾਲੀ ਚੀਜ਼ ਹੀ ਖਤਮ ਹੈ ਅੰਦਰੋਂ। ਸਿੱਖੀ ਅੰਦਰ ਦੀ ਖੇਡ ਹੈ, ਧਿਆਨ ਵਿੱਚ ਰੱਖਿਓ, ਬਾਹਰ ਦੀ ਨਹੀਂ ਹੈ। ਜਦੋਂ ਅੱਜ ਫੇਰ ਆਏ, ਅੱਜ ਸ਼ਾਮੀ ਆ ਕੇ ਕਿਹਾ ਵੀ ਥੜੇ ਢਾਹ ਦਿਓ, ਪਸੰਦ ਨਹੀਂ। ਰਾਮਾ ਜੀ ਕਹਿਣ ਲੱਗੇ ਵੀ ਸਤਿਗੁਰੂ ਆ ਪਿਆ ਸਮਾਨ, ਆ ਪਈਆ ਕਾਂਡੀ, ਆ ਪਿਆ ਤਸਲਾ, ਆ ਪਿਆ ਤੁਹਾਡਾ ਸਾਜੋ ਸਮਾਨ, ਮੇਰੇ ਤੋਂ ਨਹੀਂ ਬਣਦੇ। ਹੱਦ ਹੋ ਗਈ, ਸਵੇਰੇ ਤੁਸੀਂ ਕਹਿੰਦੇ ਤੇ ਸ਼ਾਮੀ ਭੁੱਲ ਜਾਂਦੇ ਹੋ। ਜੋ ਤੁਸੀਂ ਕਿਹਾ ਮੈਂ ਉੱਦਾਂ ਦੇ ਤੇ ਬਣਾਇਆ, ਹੁਣ ਤੁਸੀਂ ਭੁੱਲ ਗਏ, ਮੈਂ ਕੀ ਕਰਾਂ, ਮੈਂ ਨਹੀਂ ਬਣਾ ਸਕਦਾ। ਮਹਾਰਾਜ ਕਹਿੰਦੇ ਅੱਛਾ ਕੋਈ ਗੱਲ ਨਹੀਂ। ਕਹਿੰਦੇ ਜੇਠਿਆ ਤੂੰ ਕਿਉਂ ਨਹੀਂ ਥੜਾ ਬਣਾਇਆ ਮੇਰੀ ਪਸੰਦ ਦਾ?
ਜੇਠਾ ਜੀ ਨੇ ਵੀ ਸਮਾਨ ਰੱਖ ਦਿੱਤਾ। ਕਹਿੰਦੇ ਮਹਾਰਾਜ ਥੜਾ ਮੇਰੇ ਤੋਂ ਵੀ ਨਹੀਂ ਬਣ ਸਕਦਾ। ਮਹਾਰਾਜ ਕਹਿਣ ਲੱਗੇ ਜੇਠਿਆ ਕੀ ਗੱਲ, ਤੇਰੇ ਤੇ ਬੜਾ ਮਾਣ ਬੜਾ ਵਿਸ਼ਵਾਸ ਸੀ, ਬੜਾ ਭਰੋਸਾ ਸੀ, ਤੇਰੇ ਤੋਂ ਵੀ ਥੜਾ ਨਹੀਂ ਬਣੇਗਾ? ਜੇ ਤੇਰੇ ਤੋਂ ਨਹੀਂ ਬਣਿਆ ਜੇਠਾ ਕੀ ਤੋਂ ਬਣੇਗਾ? ਜੇਠਾ ਜੀ ਕਹਿਣ ਲੱਗੇ ਸਤਿਗੁਰੂ ਗੱਲ ਇਹ ਹੈ ਕਿ ਜੋ ਤੁਸੀਂ ਸਵੇਰੇ ਸਮਝਾ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ, ਮੈਂ ਕਿੱਥੋਂ ਥੜਾ ਬਣਾ ਦਿਆਂ। ਹੁਣ ਫਰਕ ਸਮਝਿਓ ਇਸ ਗੱਲ ਦਾ। ਰਾਮਾ ਜੀ ਕਹਿ ਰਹੇ ਸਨ ਵੀ ਸਤਿਗੁਰੂ ਜੀ ਤੁਸੀਂ ਭੁੱਲ ਜਾਂਦੇ ਹੋ ਸਵੇਰੇ ਕਹਿ ਕੇ ਸ਼ਾਮੀ ਕੀ ਬਣਾਉਣਾ ਸੀ, ਤੇ ਜੇਠਾ ਜੀ ਨੇ ਕੀ ਕਿਹਾ ਵੀ ਮੈਂ ਭੁੱਲ ਜਾਂਦਾ ਵੀ ਗੁਰੂ ਦੀ ਮਰਜ਼ੀ ਕੀ ਆ। ਕਹਿੰਦੇ ਮੇਰੇ ਤੋਂ ਨਹੀਂ ਬਣ ਸਕਦਾ, ਜਿੰਨਾ ਚਿਰ ਤੁਸੀਂ ਕਿਰਪਾ ਨਹੀਂ ਕਰਦੇ, ਜਿੰਨਾ ਚਿਰ ਵਿੱਚ ਨਹੀਂ ਵਰਤਦੇ, ਜਿੰਨਾ ਚਿਰ ਮੇਰੇ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਕਿਰਪਾ ਦ੍ਰਿਸ਼ਟੀ ਨਾਲ ਨਹੀਂ ਨਵਾਜਦੇ, ਉਹਨਾਂ ਚਿਰ ਜੇਠਾ ਸਾਰੀ ਉਮਰ ਲੱਗਿਆ ਰਹੇ, ਥੜਾ ਨਹੀਂ ਬਣੇਗਾ। ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੋਏ, ਸੀਨੇ ਨਾਲ ਲਾ ਲਿਆ, ਕਹਿਣ ਲੱਗੇ ਜੇਠਿਆ ਥੜਾ ਬਣ ਗਿਆ। ਆਈ ਥੜਾ ਬਣਾਉਣਾ ਸੀ, ਉਹ ਥੜਾ ਇੱਟਾਂ ਦਾ ਨਹੀਂ, ਥੜਾ ਭਾਵਨਾ ਦਾ ਬਣਾਉਣਾ ਸੀ, ਥੜਾ ਸਿਦਕ ਦਾ ਬਣਾਉਣਾ ਸੀ। ਉਹ ਸਿਦਕ ਦਾ, ਭਾਵਨਾ ਦਾ, ਭਰੋਸੇ ਦਾ, ਕਮਾਈ ਦਾ ਥੜਾ ਤੇਰੇ ਹਿਰਦੇ 'ਚ ਬਣ ਗਿਆ। ਤੇ ਗੁਰੂ ਨੇ ਥੜੇ ਤੇ ਬੈਠਣਾ, ਗੁਰੂ ਇੱਟਾਂ ਤੇ ਨਹੀਂ ਬਹਿੰਦਾ, ਗੁਰੂ ਤੇ ਹਿਰਦੇ ਦੇ ਵਿੱਚ ਬਹਿੰਦਾ। ਆਖੋ ਸਤਨਾਮ। ਤੇ ਸਤਿਗੁਰੂ ਜੀ ਨੇ ਉਸੇ ਵੇਲੇ ਹੁਕਮ ਕੀਤਾ, ਕਹਿੰਦੇ ਅੱਜ ਜੇਠਾ ਜੀ ਨੂੰ ਇਸ਼ਨਾਨ ਕਰਾਓ। ਇਸ਼ਨਾਨ ਕਰਾਏ, ਆਪਣਾ ਨਿੱਜੀ ਚੋਲਾ ਮਹਾਰਾਜ ਨੇ ਉਤਾਰਿਆ, ਕਹਿੰਦੇ ਜੇਠੇ ਨੂੰ ਪਹਿਨਾਓ, ਆਪਣੇ ਸਥਾਨ ਤੇ ਬਿਠਾਇਆ, ਮੱਥਾ ਟੇਕਿਆ, ਸੰਗਤ ਨੂੰ ਹੁਕਮ ਕੀਤਾ ਤੇ ਹੁਕਮ ਕੀਤਾ, ਕਹਿਣ ਲੱਗੇ ਅੱਜ ਤੋਂ ਬਾਅਦ ਤੁਸੀਂ ਜੇਠਾ ਜੀ ਨਹੀਂ, ਅੱਜ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਗੱਦੀ ਦੇ, ਇਸ ਨਿਰੰਕਾਰੀ ਦਾਤ ਦੇ ਤੁਸੀਂ ਵਾਰਿਸ ਬਣ ਗਏ ਹੋ। ਅੱਜ ਤੋਂ ਬਾਅਦ ਤੁਸੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਣ ਕੇ ਵਿਚਰੋਗੇ। ਇੱਕਦਮ ਜਦੋਂ ਇਹ ਬਚਨ ਹੋਏ, ਮਹਾਰਾਜ ਕਹਿਣ ਲੱਗੇ ਸਤਿਗੁਰੂ ਜੀ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ, ਕੋਈ ਬਚਨ ਸੰਗਤ ਨੂੰ ਸੁਣਾਓ, ਕੋਈ ਧੁਰ ਕੀ ਬਾਣੀ ਨਾਲ ਨਿਵਾਜੋ, ਸਾਡੇ ਸੀਨਿਆਂ ਦੇ ਅੰਦਰ ਠੰਡ ਪਾਓ। ਅੱਜ ਮਹਾਰਾਜ ਜੀ ਦੇ ਅੰਦਰ ਪਿਛਲਾ ਸਾਰਾ ਸੀਨ ਆ ਗਿਆ। ਹੱਦ ਹੋ ਗਈ ਵੀ ਸਤਿਗੁਰੂ ਐਡੀ ਵੱਡੀ ਬਖਸ਼ਿਸ਼। ਇੱਕੋ ਸਮਾਂ ਸੀ ਜਦੋਂ 7 ਸਾਲਾਂ ਦੇ ਵਿੱਚ ਮਾਂ ਬਾਪ ਚਲੇ ਗਏ, ਜੇਠੇ ਨੂੰ ਲੋਕਾਂ ਨੇ ਅਨਾਥ ਕਿਹਾ, ਯਤੀਮ ਕਿਹਾ, ਕੋਈ ਸਿਰ ਤੇ ਹੱਥ ਰੱਖਣ ਵਾਲਾ, ਸਹਾਰਾ ਦੇਣ ਵਾਲਾ, ਰੋਟੀ ਦਾ ਟੁੱਕੜ ਦੇਣ ਵਾਲਾ ਕੋਈ ਨਹੀਂ ਸੀ। ਅੱਜ ਕੋਈ ਨਹੀਂ ਸੀ ਪੁੱਛਦਾ ਜੇਠਿਆ ਤੈਨੂੰ ਭੁੱਖ ਲੱਗੀ ਹੈ, ਰੋਟੀ ਖਾਧੀ ਹੈ ਕਿ ਨਹੀਂ, ਕੱਪੜੇ ਪੁਰਾਣੇ ਹੋ ਗਏ ਧੋਤੇ ਹੈ ਕਿ ਨਹੀਂ, ਰਾਤ ਕਿੱਥੇ ਕੱਟਣੀ ਹੈ, ਪੜ੍ਹਨਾ ਤੇ ਨਹੀਂ, ਖੇਡਣਾ ਤੇ ਨਹੀਂ। ਪਰ ਕਮਾਲ ਦੀ ਗੱਲ, ਸਤਿਗੁਰੂ ਅੱਜ ਉੱਥੇ ਬਿਠਾ ਦਿੱਤਾ ਜਿੱਥੇ ਅੱਜ ਦੁਨੀਆ ਗੁਰੂ ਨਾਨਕ ਦੇ ਚਰਨਾਂ 'ਚ ਪਈ ਚੁੱਕਦੀ ਹੈ। ਉੱਥੇ ਫਿਰ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਜੋ ਉਹਨਾਂ ਨਾਲ ਬੀਤਿਆ, ਉਹ ਮਹਾਰਾਜ ਨੇ ਸ਼ਬਦ ਦੇ ਰੂਪ 'ਚ ਸਾਡੇ ਸਨਮੁਖ ਰੱਖਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਅਸੀਂ ਕੀ ਸਾਂ? ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਕਹਿੰਦੇ ਮੈਂ ਰੁਲਦਾ ਫਿਰਦਾ ਸਾਂ, ਗਲੀਆਂ ਦੇ ਵਿੱਚ ਭਟਕਣ ਵਾਲਾ ਜੇਠਾ ਅਨਾਥ, ਤੁਸੀਂ ਕਿਰਪਾ ਕਰ ਦਿੱਤੀ ਇਸ ਰੁਲਦੇ ਫਿਰਦੇ ਨੂੰ, ਉਸ ਦੀਨ ਦੁਨੀਆ ਦੇ ਚਵਰ ਛਤਰ ਦਾ ਮਾਲਕ ਬਣਾ ਕੇ ਰੱਖ ਦਿੱਤਾ ਹੈ। ਮੈਂ ਆਰੰਭ 'ਚ ਬੇਨਤੀ ਕੀਤੀ, ਸਾਧ ਸੰਗਤ ਜਿਨ੍ਹਾਂ ਦੀ ਜ਼ਿੰਦਗੀ ਦੁੱਖਾਂ ਤੋਂ ਸ਼ੁਰੂਆਤ ਹੁੰਦੀ ਹੈ, ਪਤਾ ਨਹੀਂ ਲੱਗਦਾ ਮਹਾਰਾਜ ਨੇ ਕਦੋਂ ਦੁੱਖਾਂ ਨੂੰ ਹੀ ਦੇ ਵਿੱਚ ਸਾਨੂੰ ਢਾਲ ਕੇ ਸਾਨੂੰ ਹੀਰੇ ਵਾਂਗੂ ਚਮਕਣ ਲਾ ਦੇਣਾ ਹੈ। ਉਸ ਦਰ ਤੇ ਅੱਜ ਦੇਖੋ ਦੁਨੀਆ ਕਿਵੇਂ ਉੱਥੇ ਲਾਈਨਾਂ 'ਚ ਲੱਗ ਕੇ ਲੋਕੀ ਇੱਕ ਪਲ ਦੀ ਝਲਕ ਪਾਉਣ ਵਾਸਤੇ ਤਤਪਰ ਹੋਏ ਨੇ। ਮਨ ਲੋਚਦਾ ਹੈ ਕਿ ਇੱਕ ਪਲ ਦੀ ਝਲਕ ਮਿਲ ਜਾਏ, ਕਿਤੇ ਦਰਸ਼ਨ ਹੋ ਜਾਣ, ਕਿਤੇ ਮੈਂ ਮਹਾਰਾਜ ਦੇ ਦਰ ਤੇ ਇੱਕ ਰਾਤ ਬਿਤਾਵਾਂ, ਉੱਥੇ ਇਸ਼ਨਾਨ ਕਰਾਵਾਂ, ਉੱਥੋਂ ਲੰਗਰ ਛਕਾਵਾਂ, ਉੱਥੇ ਮੇਰੀ ਕੋਈ ਸੇਵਾ ਲੇਖੇ ਲੱਗ ਜਾਏ, ਮੇਰਾ ਕੋਈ ਸਾਹ ਲੇਖੇ ਲੱਗ ਜਾਏ, ਮੇਰੀ ਜ਼ਿੰਦਗੀ ਸਫਲ ਹੋ ਜਾਏ, ਮੇਰੇ ਦੁੱਖ ਪਾਪ ਰੋਗ ਕੱਟੇ ਜਾਣ। ਸਾਧ ਸੰਗਤ ਇਹ ਸਾਰੀ ਬਖਸ਼ਿਸ਼ ਹੈ ਸ਼ਬਦ ਦੀ, ਧੁਰ ਕੀ ਬਾਣੀ ਦੀ, ਉਸ ਨਾਮ ਦੀ, ਗੁਰੂ ਨਾਨਕ ਮਹਾਰਾਜ ਜੀ ਦੇ ਚਲਾਏ ਪੰਥ ਦੀ। ਸਤਿਗੁਰ ਸੱਚੇ ਪਾਤਸ਼ਾਹ ਨੇ 47 ਸਾਲ ਦੇ ਕਰੀਬ ਇਸ ਸੰਸਾਰ ਦੇ ਵਿੱਚ ਸਮਾਂ ਬਤੀਤ ਕੀਤਾ ਹੈ। 679 ਸ਼ਬਦ ਨੇ, 8 ਉਹਨਾਂ ਨੇ ਵਾਰਾਂ ਉਚਾਰੀਆਂ, 30 ਰਾਗਾਂ ਦੇ ਵਿੱਚ ਬਾਣੀ। ਔਰ ਕਮਾਲ ਦੀ ਗੱਲ ਇਹ ਹੈ, ਕੋਈ ਇਤਿਹਾਸ ਨਹੀਂ, ਕੋਈ ਰਿਕਾਰਡ ਨਹੀਂ। ਗੁਰੂ ਰਾਮਦਾਸ ਜੀ ਦਾ ਵੀ ਕਿਹੜੇ ਸਕੂਲ 'ਚ ਗਏ, ਕਿਹੜੇ ਸੰਗੀਤਕਾਰ ਉਸਤਾਦ ਤੋਂ ਸਿੱਖੇ, ਕਿੱਥੋਂ ਵਿੱਦਿਆ ਲਈ, ਸਭ ਤੋਂ ਵਧੇਕ ਰਾਗ, ਸਭ ਤੋਂ ਠੇਠ ਪੰਜਾਬੀ ਬੋਲੀ ਦੇ ਵਿੱਚ ਜਿਹੜੀ ਬਾਣੀ ਹੈ ਗੁਰੂ ਰਾਮਦਾਸ ਮਹਾਰਾਜ ਨੇ ਉਚਾਰੀ। ਘੋੜੀਆਂ, ਪਹਿਰੇ, ਵਣਜਾਰਾ, ਕਰਹਲੇ, ਲਾਵਾਂ, ਇੱਕ ਕਮਾਲ ਅਦੁੱਤੀ ਸ਼ਬਦ ਕਾੜੇ ਇਤਨੇ ਕਮਾਲ ਨੇ ਵੀ ਕਹਿ ਕਮਾਲ ਕਰ ਦਿੱਤੀ ਹੈ।
ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ, ਉਹ ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਸਾਹਿਬ ਮਹਾਰਾਜ ਤੇ ਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰ ਕਮਲਾਂ ਨਾਲ ਵਸਾਈ ਧਰਤੀ। ਅੱਜ ਦੁਨੀਆ ਉੱਥੇ ਜਾ ਕੇ ਚਰਨ ਧੂੜ ਲੈਣੇ ਵੀ ਆਪਣੇ ਭਾਗ ਸਮਝਦੀ ਹੈ। ਐਸੇ ਦੀਨ ਦਿਆਲ ਪਾਤਸ਼ਾਹ, ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ, ਜਿਨ੍ਹਾਂ ਦਾ ਜੀਵਨ ਅਕਥ ਹੈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਗਰੀਬ ਨਿਵਾਜ ਪਾਤਸ਼ਾਹ ਜਿੰਨੀ ਵੀ ਉਹ ਕਿਰਪਾ ਕਰਦੇ ਨੇ, ਉਹਨਾਂ ਕੋਲ ਅਸੀਂ ਚੱਲਦੇ ਹਾਂ, ਬੋਲਦੇ ਹਾਂ, ਬੋਲ ਸਕਦੇ ਹਾਂ, ਸੁਣ ਸਕਦੇ ਹਾਂ। ਵਡਿਆਈ ਅਕਥ ਕਥਾ ਹੈ, ਅਗਾਧ ਬੋਧ ਹੈ। ਜਿੰਨੀ ਵੀ ਅਸੀਂ ਸਿਫਤੋ ਸਲਾਹ ਗੁਰੂ ਸਾਹਿਬ ਦੀ ਕੀਤੀ ਹੈ, ਇਹ ਵੀ ਸਤਿਗੁਰੂ ਦੀ ਆਪਣੀ ਮੌਜ ਹੈ। ਯਤਨ ਕਰੋ, ਅਰਦਾਸ ਕਰੋ, ਮਹਾਰਾਜ ਜੋ ਕਿਹਾ ਸੁਣਿਆ ਪੜ੍ਹਿਆ ਵਿਚਾਰਿਆ ਹੈ ਸਾਡੇ ਹਿਰਦਿਆਂ 'ਚ ਵਸ ਜਾਏ। ਅਸੀਂ ਸੇਵਾ ਸਿਮਰਨ ਤੇ ਬਾਣੀ ਨਾਲ ਜੁੜ ਜਾਈਏ, ਤੁਹਾਡੇ ਦਿੱਤੇ ਹੋਏ ਬਚਨ ਕਮਾ ਲਈਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੈ। ਜ਼ਿੰਦਗੀ ਦਾ ਟਾਈਮ ਟੇਬਲ ਰੂਟੀਨ ਇਹ ਅਪਣਾ ਲਓ। ਮਾਲਕ ਦੀਆਂ ਮੇਰਾਂ ਵਰਤਣਗੀਆਂ ਸਾਡੀ ਜ਼ਿੰਦਗੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਜਾਏਗੀ। ਸਮਾਂ ਉੱਪਰ ਹੋ ਗਿਆ, ਸਮਾਪਤ ਹੈ ਸਮਾਂ। ਮੈਂ ਬੇਨਤੀ ਆਰੰਭ ਜੀ ਕਰ ਦਿੱਤੀ ਵੀ ਗੁਰੂ ਕੀ ਵਡਿਆਈ ਅਗਾਧ ਬੋਧਿਆ ਕਥ ਕਥਾ, ਇਹਦਾ ਪਤਾ ਨਹੀਂ ਲੱਗਦਾ ਸਾਧ ਸੰਗਤ। ਬਸ ਅਰਦਾਸ ਇਹ ਵੀ ਸਤਿਗੁਰੂ ਇੰਨੇ ਕੁ ਸਮੇਂ 'ਚ ਕੋਈ ਵਿਚਾਰ ਸਾਡੇ ਹਿਰਦੇ ਦਾ ਸ਼ਿੰਗਾਰ ਬਣ ਜਾਏ, ਸਾਡਾ ਜੀਵਨ ਸਫਲ ਹੋ ਜਾਏ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ, ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਸਟਾਫ ਦਾ, ਜਿਹੜੇ ਬੜੇ ਪਿਆਰ ਨਾਲ ਸੇਵਾ ਨਿਭਾਉਂਦੇ ਨੇ। ਤੇ ਵਿਸ਼ੇਸ਼ ਧੰਨਵਾਦ ਅੰਬਾਲੇ ਸ਼ਹਿਰ ਤੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਤੇ ਇਹਨਾਂ ਦੇ ਸਪੁੱਤਰ ਵੀਰ ਮਨਪ੍ਰੀਤ ਸਿੰਘ ਜੀ, ਜਿਹੜੇ ਤਕਰੀਬਨ ਹਰ ਗੁਰੂ ਕੇ, ਉਹ ਇਹ ਨਹੀਂ ਦੇਖਦੇ ਵੀ ਵੱਡਾ ਛੋਟਾ ਹੈ, ਕੋਈ ਗੁਰੂ ਕਾ ਪ੍ਰਚਾਰ ਕੀਰਤਨੀ ਸਿੰਘ ਸੇਵਾਦਾਰ ਬੜਾ ਮਾਣ ਤਾਣ ਪਿਆਰ ਸਤਿਕਾਰ ਕਰਦੇ ਨੇ। ਦਾਸ ਦੀ ਵੀ ਡਿਊਟੀ ਉਹਨਾਂ ਨੇ ਲਾਈ, ਹੁਕਮ ਕੀਤਾ ਤੇ ਤੁਹਾਡੇ ਦਰਸ਼ਨ ਕਰਵਾਏ ਨੇ। ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਆ ਸਾਰੇ ਵੀਰ ਜਿੰਨੇ ਵੀ ਤੁਸੀਂ ਬੈਠੇ ਹੋ, ਭਾਈ ਸਾਹਿਬ ਬੈਠੇ ਨੇ, ਸਾਰਿਆਂ ਦਾ ਹੀ ਧੰਨਵਾਦ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।